साजन तेरे चरण की होए रहा सद दूर। नानक सरन तुहारिया पेखो सदा हजूर। तू जो सज्जन मैंडिया देई सिस उतार। नैन महिंजे तरस दे कद हसी दीदार। ज्ञान ध्यान किश कर्म न जाना सार न जाना तेरी। सब ते वड्डा सतगुर नानक जिन कल राखी मेरी। बेसुमार अथाह अगणित अतुल्य ज्यों बुलावहु त्यों नानक दास बोलै। सो कहो टल गुर सेविया अहनिस सहज सुभाए। दर्शन परसै गुरु कै जन्म मरण दुख जाए। होवै सिफत खसम दी नूर अरसह कुरसह झटिया। तुध डिठे सच्चे पातशाह मद जन्म जन्म दी कट्टिया। सज्जन सच्चा पातशाह सिर साहांदै साहु। जिस पास बैठिया सोहिया सबना गावे साहु। सतनाम। श्री वाहिगुरु साहिब जी। एक अचार रंग एक रूप पौन पाणी अग्नि अस रूप। एक अचार रंग एक रूप पौन पाणी अग्नि अस रूप। एक अबर अभय तिहु लोए एक बुझै सुझै पत होए। ज्ञान ध्यान ले समसर रह गुरमुख एक बिरला को लह। जिसनू दे कृपा ते सुख पाए। गुरु द्वारे आख सुनाए। जिसनू दे कृपा ते सुख पाए।
ਗੁਰੂ ਦੁਆਰੇ ਆਖ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌੜ ਸ਼ਦਰ ਦੇ ਮਾਲਕ, ਜਾਹਰ ਜਬੂ ਹਾਜ਼ਰ ਹਜੂਰ ਸਰਬ ਕਲਾ ਪ੍ਰਭੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਵੇਦ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੀ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਆ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਲੜੀਵਾਰ ਰੂਪ ਵਿੱਚ ਸਤਿਗੁਰੂ ਜੀ ਦੱਖਣੀ ਓੰਕਾਰ ਬਾਣੀ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਇਹ ਪਵਿੱਤਰ ਬਾਣੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਹੈ, ਜਿਸ ਪਵਿੱਤਰ ਬਾਣੀ ਦੁਆਰਾ ਸਤਿਗੁਰੂ ਜੀ ਨੇ ਮਹਾਨ ਹੀ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਸ ਦੀਆਂ 6 ਪੌੜੀਆਂ ਦੀ ਵਿਚਾਰ ਪਿੱਛੇ ਹੋ ਚੁੱਕੀ ਹੈ, ਔਰ ਮਹਾਰਾਜ ਸਾਹਿਬ ਜੀ 7ਵੀਂ ਪੌੜੀ ਦੁਆਰਾ ਅੱਜ ਬਖਸ਼ਿਸ਼ ਕਰ ਰਹੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 930 ਅੰਗ ਤੇ ਰਾਮਕਲੀ ਰਾਗ ਦੇ ਅੰਦਰ ਇਹ ਪਵਿੱਤਰ ਬਾਣੀ ਸਤਿਗੁਰੂ ਜੀ ਨੇ ਜਿਵੇਂ ਗਰੀਬ ਨਵਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। 929 ਅੰਗ ਤੋਂ ਇਹ ਬਾਣੀ ਆਰੰਭ ਹੁੰਦੀ ਹੈ, ਔਰ ਅੱਜ ਦਾ ਜੋ ਪਵਿੱਤਰ ਉਪਦੇਸ਼ 7ਵੀਂ ਪੌੜੀ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਇਹ 930 ਅੰਗ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ ਹਨ। ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਏਕ ਆਚਾਰ ਰੰਗ ਇੱਕ ਰੂਪ। ਜਗਤ ਗੁਰੂ ਜੀ ਫਰਮਾਉਂਦੇ ਹਨ ਕਿ ਇੱਕ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਆਚਾਰ ਕਰਤੱਵ ਕਰ ਰਿਹਾ ਹੈ। ਸਾਰੇ ਕਰਤੱਵਾਂ ਦੇ ਵਿੱਚ ਉਹ ਇੱਕ ਵਾਹਿਗੁਰੂ ਹੀ ਵਿਆਪਕ ਹੋ ਰਿਹਾ ਹੈ। ਉਹ ਇੱਕੋ ਹੀ ਪਰਮੇਸ਼ਰ ਵਾਹਿਗੁਰੂ ਸਾਰੇ ਰੰਗ ਰੂਪ ਹੋ ਰਿਹਾ ਹੈ। ਰੰਗ ਇੱਕ ਰੂਪ, ਉਹ ਇੱਕੋ ਹੀ ਸਾਰੇ ਰੂਪਾਂ ਆਕਾਰਾਂ ਦੇ ਵਿੱਚ ਵਿਆਪਕ ਹੋ ਰਿਹਾ। ਜਿੰਨੇ ਵੀ ਰੂਪ ਹਨ, ਇਹਨਾਂ ਸਾਰਿਆਂ ਰੂਪਾਂ ਦੇ ਵਿੱਚ ਵੀ ਉਹ ਇੱਕ ਵਿਆਪਕ ਹੋ ਰਿਹਾ ਹੈ। ਜਿੰਨੇ ਆਚਾਰ ਕਰਤੱਵ ਹਨ, ਇਹਨਾਂ ਸਾਰੇ ਕਰਤੱਵਾਂ ਦੇ ਵਿੱਚ ਵੀ ਉਹ ਇੱਕੋ ਹੀ ਵਿਆਪਕ ਹੋ ਰਿਹਾ ਹੈ। ਤੇ ਜਿੰਨੇ ਰੂਪ ਨਾਮ ਆਕਾਰ ਦਾ ਵੀ ਹੈ, ਜਿੰਨੇ ਆਕਾਰ ਹਨ, ਇਹਨਾਂ ਸਾਰੇ ਆਕਾਰਾਂ ਦੇ ਵਿੱਚ ਇੱਕੋ ਇੱਕ ਆਪ ਹੀ ਵਿਆਪਕ ਹੋ ਰਿਹਾ। ਸੋ ਉਸ ਇੱਕ ਤੋਂ ਬਿਨਾਂ ਕੋਈ ਆਚਾਰ ਕਰਤੱਵ ਨਹੀਂ ਹੋ ਸਕਦਾ ਹੈ। ਕੋਈ ਜੀਵ ਕੋਈ ਵੀ ਕਰਤੱਵ ਨਹੀਂ ਕਰ ਸਕਦਾ ਆਪਣੇ ਆਪ।
ਉਹ ਇੱਕ ਦੀ ਸ਼ਕਤੀ ਦੇ ਨਾਲ, ਇੱਕ ਵਾਹਿਗੁਰੂ ਅਕਾਲ ਪੁਰਖ ਦੀ ਸੱਤਿਆ ਦੇ ਨਾਲ, ਉਸੇ ਦੇ ਜ਼ੋਰ ਦੇ ਨਾਲ ਹੀ, ਉਸੇ ਦੇ ਬਖਸ਼ਿਸ਼ ਕੀਤੇ ਹੋਏ ਬਲ ਦੇ ਨਾਲ ਹੀ ਸਾਰੇ ਆਚਾਰ, ਸਾਰੇ ਕਰਤੱਵ ਹੋ ਰਹੇ ਹਨ। ਆਪਣੇ ਆਪ ਕੋਈ ਕੀ ਕਰ ਸਕਦਾ ਹੈ? ਉਹਦੀ ਜੋਤ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ। ਜੋ ਵਾਹਿਗੁਰੂ ਜੀ ਦਾ ਜੋਰ ਬੇਅੰਤ ਹੈ, ਬਲ ਬੇਅੰਤ ਹੈ, ਸਾਰੇ ਪਾਸੇ ਉਸੇ ਦਾ ਹੀ ਜੋਰ, ਉਸੇ ਦਾ ਹੀ ਬਲ, ਉਸੇ ਦੀ ਤਾਕਤ, ਉਸੇ ਦੀ ਸ਼ਕਤੀ ਵਰਤ ਰਹੀ ਹੈ। ਮਹਾਰਾਜ ਸਾਹਿਬ ਜੀ ਕਿਤੇ ਉਸ ਨੂੰ ਜੋਤ ਰੂਪ ਕਥਨ ਕਰਦੇ ਹਨ, ਕਿਤੇ ਮਹਾਰਾਜ ਸਾਹਿਬ ਕਹਿੰਦੇ ਉਹ ਬਲ ਰੂਪ ਹੈ, ਸ਼ਕਤੀ ਰੂਪ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ ਇੱਕੋ ਹੀ ਜੋ ਹੈ, ਉਹ ਸਾਰੇ ਆਚਾਰਾਂ ਵਿੱਚ, ਸਾਰੇ ਰੰਗਾਂ ਰੂਪਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਉਸੇ ਦਾ ਹੀ ਵਰਤਾਰਾ ਸਾਰੇ ਪਾਸੇ ਵਰਤ ਰਿਹਾ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਏਡਾ ਬੇਅੰਤ ਹੈ, ਜਿਸ ਦੇ ਹੱਥ ਵਿੱਚ ਹੀ ਸਾਰਾ ਕੁਝ ਹੈ। ਸਾਰਾ ਕੁਝ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਸਾਰੇ ਕਰਤੱਵ, ਸਾਰੇ ਰੂਪ, ਸਾਰੇ ਰੰਗ। ਜਦੋਂ ਉਸ ਨਿਰਗੁਣ ਦਾ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਤੇ ਫਿਰ ਗਰੀਬ ਨਵਾਜ ਕਹਿੰਦੇ ਕਿ ਉਹਦਾ ਆਕਾਰ ਹੀ ਕੋਈ ਨਹੀਂ ਹੈ, ਉਸ ਦਾ ਆਪਣਾ ਰੰਗ ਹੀ ਕੋਈ ਨਹੀਂ ਹੈ, ਉਸ ਦਾ ਆਪਣਾ ਰੂਪ ਹੀ ਕੋਈ ਨਹੀਂ ਹੈ, ਉਹਦਾ ਆਪਣਾ ਕੋਈ ਚੱਕਰ ਚਿਹਨ ਹੀ ਨਹੀਂ ਹੈ। ਜਿਵੇਂ ਜਾਪ ਸਾਹਿਬ ਦੇ ਪਹਿਲੇ ਛੰਦ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਚੱਕਰ ਚਿਹਨ ਅਰ ਵਰਨ ਜਾਤ ਅਰ ਬਾਤ ਨਹਿਨ ਜੇਹ, ਰੂਪ ਰੰਗ ਅਰ ਵੇਖ ਭੇਖ, ਕੋ ਕਹਿ ਨਾ ਸਕਤ ਕੇਹ। ਕੋਈ ਕਹਿ ਹੀ ਨਹੀਂ ਸਕਦਾ ਵੀ ਉਹ ਕਿਹੋ ਜਿਹਾ, ਕੋ ਕਹਿ ਨਾ ਸਕਤ ਕੇਹ। ਫਿਰ ਮਹਾਰਾਜ ਕਹਿੰਦੇ ਅਚਲ ਮੂਰਤ ਅਨਭਵ ਪ੍ਰਕਾਸ਼ ਅਮਿਤੋਜ ਕਹਿਜੈ। ਉਹ ਪ੍ਰਭੂ ਦਾ ਜੋ ਸਰੂਪ ਹੈ ਉਹ ਅਚਲ ਸਰੂਪ ਹੈ, ਅਚਲ ਮੂਰਤ ਹੈ। ਐਸੀ ਹਸਤੀ ਹੈ, ਐਸਾ ਸਰੂਪ ਹੈ ਜਿਹੜਾ ਚਲਾਇਮਾਨ ਨਹੀਂ ਹੁੰਦਾ। ਅਨੁਭਵ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ਮਈ ਹੈ। ਉਹ ਕਿਸੇ ਤੋਂ ਪ੍ਰਕਾਸ਼ ਲੈਂਦਾ ਨਹੀਂ ਹੈ, ਦਿੰਦਾ ਤਾਂ ਜ਼ਰੂਰ ਹੈ ਸਭ ਨੂੰ ਪ੍ਰਕਾਸ਼। ਆਪ ਆਪਣੇ ਆਪ ਤੋਂ ਪ੍ਰਕਾਸ਼ ਸਰੂਪ ਹੈ। ਅਮਿਤੋਜ ਕਹਿਜੈ, ਹਮਾਰੇ ਕਹਿੰਦੇ ਉਹ ਅਮਿਤ ਓਜ ਬਲ ਵਾਲਾ ਕਿਹਾ ਜਾਂਦਾ, ਜਿਸ ਦਾ ਬਲ ਕਥਨ ਹੀ ਨਹੀਂ ਕੀਤਾ ਜਾ ਸਕਦਾ। ਜਿਸ ਵਾਹਿਗੁਰੂ ਜੀ ਦਾ ਬਲ ਕਹਿਣ ਕਥਨ ਤੋਂ ਬਾਹਰਾ ਹੈ। ਓਜ ਨਾਮ ਹੁੰਦਾ ਹੈ ਬਲ ਦਾ। ਜੋ ਮਹਾਰਾਜ ਸਾਹਿਬ ਜੀ ਨੇ ਅਮਿਤੋਜ ਇਹ ਪਦ ਵਰਤਿਆ ਹੈ ਵੀ ਅਮਿਤ ਓਜ, ਓਜ ਬਲ, ਜੋਰ, ਤਾਕਤ, ਜਿਸ ਦੀ ਮਿਣਤੀ ਵਿੱਚ ਹੀ ਨਹੀਂ ਆਉਂਦੀ ਹੈ, ਮਿਣੀ ਨਹੀਂ ਜਾ ਸਕਦੀ, ਜਿਸ ਦਾ ਬਲ ਮਿਣਿਆ ਹੀ ਨਹੀਂ ਜਾ ਸਕਦਾ। ਅਮਿਣਵਾ ਹੀ ਬਲ ਹੈ, ਅਮਿਤ ਓਜ, ਐਸਾ ਉਹ ਕਥਨ ਕੀਤਾ ਜਾਂਦਾ ਹੈ। ਅਮਿਤੋਜ ਕਹਿਜੈ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ। ਕਰੋੜਾਂ ਇੰਦਰਾਂ ਦਾ ਇੰਦਰ ਹੈ, ਕਰੋੜਾਂ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਉਹ ਗਿਣਿਆ ਜਾਂਦਾ। ਕਰੋੜਾਂ ਇੰਦਰ ਇੰਦਰਾਣੀਆਂ ਦੇ ਸਹਿਤ, ਕਰੋੜਾਂ ਬ੍ਰਹਮੇ ਉਹ ਸ਼ਹਿਨਸ਼ਾਹ ਆਦਿਕ ਉਸ ਦਾ ਜਸ ਕਰਦੇ ਹਨ, ਉਸ ਨੂੰ ਬੇਅੰਤ ਬੇਅੰਤ ਕਹਿੰਦੇ ਹਨ। ਐਸਾ ਜੋ ਪ੍ਰਭੂ ਹੈ ਉਹ ਨਿਰਗੁਣ ਸਰੂਪ ਚੱਕਰ ਚਿਹਨ ਤੋਂ ਰਹਿਤ ਹੈ। ਪਰ ਜਿੰਨਾ ਵੀ ਕੁਝ ਚੱਕਰ ਚਿਹਨ ਹੈ, ਸੰਸਾਰ ਦੀ ਰਚਨਾ ਹੈ, ਉਸ ਨਿਰਗੁਣ ਤੋਂ ਹੀ ਪੈਦਾ ਹੋਇਆ। ਉਸ ਪ੍ਰਭੂ ਨੇ ਜਿਹਦਾ ਰੰਗ ਕੋਈ ਨਹੀਂ, ਰੂਪ ਕੋਈ ਨਹੀਂ, ਆਕਾਰ ਕੋਈ ਨਹੀਂ, ਪਰ ਸਾਰੇ ਰੂਪਾਂ ਨੂੰ, ਸਾਰੇ ਰੰਗਾਂ ਨੂੰ, ਸਾਰੇ ਕਰਤੱਵਾਂ ਨੂੰ, ਸਾਰਿਆਂ ਆਕਾਰਾਂ ਨੂੰ ਉਸੇ ਨੇ ਪੈਦਾ ਕੀਤਾ।
ਉਹ ਆਪ ਮਾਰੇ ਕਹਿੰਦੇ ਰੂਪ ਤੋਂ ਰਹਿਤ ਹੈ, ਰੰਗ ਤੋਂ ਰਹਿਤ ਹੈ, ਆਕਾਰ ਤੋਂ ਰਹਿਤ ਹੈ, ਨਿਰੰਕਾਰ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਪਰ ਜਿੰਨਾ ਵੀ ਆਕਾਰ ਹੈ, ਜਿੰਨਾ ਵੀ ਕਰਤੱਵ ਹੈ, ਇਹ ਸਾਰੇ ਉਸੇ ਨੇ ਪੈਦਾ ਕੀਤੇ ਤੇ ਸਾਰਿਆਂ ਦੇ ਵਿੱਚ ਆਪ ਹੀ ਵਿਆਪਕ ਹੋ ਰਿਹਾ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾ ਰਹੇ, ਏਕ ਆਚਾਰ, ਇੱਕੋ ਹੀ ਹੈ ਉਹ ਪਰਮੇਸ਼ਰ ਜੋ ਆਪ ਹੀ ਇਹ ਆਚਾਰ ਕਰਤੱਵ ਰੂਪ ਹੋ ਰਿਹਾ, ਆਪ ਹੀ ਉਹ ਸਾਰੇ ਰੰਗਾਂ ਦੇ ਵਿੱਚ ਵਿਆਪਕ ਰੰਗ ਰੂਪ ਹੋ ਰਿਹਾ। ਕਿੰਨੇ ਰੰਗ ਬਖੇਰੇ ਹੋਏ ਉਹਨੇ ਸਾਰੀ ਸ੍ਰਿਸ਼ਟੀ ਦੇ ਵਿੱਚ, ਕਿੰਨੀ ਤਰ੍ਹਾਂ ਦੇ ਰੰਗ ਹਨ। ਇੱਕ ਰੂਪ, ਇੱਕੋ ਹੀ ਉਹ ਸਾਰੇ ਰੂਪਾਂ ਦੇ ਵਿੱਚ ਵਿਆਪਕ ਹੋ ਰਿਹਾ। ਤਾਂ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਹੱਥ ਵਿੱਚ ਹੀ ਸਾਰਾ ਕੁਝ ਹੈ, ਸਾਰੀ ਤਾਕਤ ਉਹਦੇ ਹੱਥ ਦੇ ਵਿੱਚ ਹੈ। ਆਪਣੇ ਆਪ ਨਹੀਂ ਕੋਈ ਵੀ ਕੁਝ ਕਰ ਸਕਦਾ। ਜਿਵੇਂ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਫਰਮਾਇਆ ਕਿ ਇਹ ਜੀਵ ਦਾ ਭਰਮ ਭੁਲੇਖਾ ਜਿਹਾ ਹੀ ਆ, ਇਹ ਹਉਮੈ ਜੀ ਆ ਇਸ ਜੀਵ ਦੇ ਅੰਦਰ। ਉਂਝ ਤੇ ਆਪਣੇ ਆਪ ਨਾ ਬੋਲ ਸਕਦਾ, ਨਾ ਚੁੱਪ ਰਹਿ ਸਕਦਾ। ਬੋਲਦਾ ਵੀ ਉਹਦੀ ਸੱਤਿਆ ਦੇ ਨਾਲ ਹੀ ਹੈ। ਆਖਣ ਜੋਰ ਚੁੱਪੈ ਨਹਿ ਜੋਰ, ਆਖਣ ਵਿੱਚ ਵੀ ਜ਼ੋਰ ਨਹੀਂ ਹੈ ਇਸ ਬੰਦੇ ਦਾ, ਤੇ ਚੁੱਪ ਰਹਿਣ ਵਿੱਚ ਵੀ ਜ਼ੋਰ ਨਹੀਂ ਹੈ ਇਸ ਦਾ। ਕਈ ਵਾਰੀ ਇਹ ਕੁਝ ਆਖਣਾ ਚਾਹੁੰਦਾ ਹੈ ਤੇ ਆਖ ਨਹੀਂ ਸਕਦਾ ਹੈ, ਕਿਉਂਕਿ ਵਾਹਿਗੁਰੂ ਦਾ ਹੁਕਮ ਹੀ ਨਹੀਂ ਹੁੰਦਾ। ਕਈ ਵਾਰੀ ਚੁੱਪ ਰਹਿਣਾ ਚਾਹੁੰਦਾ ਹੈ ਤੇ ਚੁੱਪ ਨਹੀਂ ਰਹਿ ਸਕਦਾ ਹੈ, ਬੋਲ ਪੈਂਦਾ ਹੈ, ਕਿਉਂਕਿ ਚੁੱਪ ਰਹਿਣ ਦਾ ਹੁਕਮ ਨਹੀਂ ਹੁੰਦਾ। ਕਈ ਮੌਨ ਵੀ ਰੱਖਦੇ ਆ ਮੌਨੀ ਬਾਬੇ, ਤਾਂ ਉਹ ਫਿਰ ਉਹਨਾਂ ਨੇ ਚੁੱਪ ਰਹਿਣ ਦਾ ਹੱਠ ਕੀਤਾ ਹੁੰਦਾ, ਪਰ ਕਈ ਵਾਰੀ ਬੋਲ ਪੈਂਦੇ, ਫਿਰ ਵੀ ਬੋਲਿਆ ਜਾਂਦਾ। ਮਹਾਰਾਜ ਸਾਹਿਬ ਕਹਿੰਦੇ ਉਹ ਪਰਮੇਸ਼ਰ ਦਾ ਹੀ ਬਲ, ਪਰਮੇਸ਼ਰ ਦਾ ਹੀ ਜ਼ੋਰ ਸਾਰੇ ਪਾਸੇ ਵਰਤਦਾ ਹੈ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਮੰਗਣ ਵਿੱਚ ਵੀ ਜ਼ੋਰ ਨਹੀਂ ਹੈ ਤੇ ਦੇਣ ਵਿੱਚ ਵੀ ਜ਼ੋਰ ਨਹੀਂ ਹੈ ਮਨੁੱਖ ਦਾ ਆਪਣਾ। ਆਪਣੇ ਜ਼ੋਰ ਨਾਲ ਮੰਗ ਵੀ ਨਹੀਂ ਸਕਦਾ ਤੇ ਆਪਣੇ ਜ਼ੋਰ ਦੇ ਨਾਲ ਕੁਝ ਦੇ ਵੀ ਨਹੀਂ ਸਕਦਾ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੀਵਨ ਵਿੱਚ ਵੀ ਇਹਦਾ ਜ਼ੋਰ ਨਹੀਂ ਹੈ ਤੇ ਮਰਨ ਦੇ ਵਿੱਚ ਵੀ ਇਹਦਾ ਆਪਣਾ ਜ਼ੋਰ ਨਹੀਂ ਹੈ। ਜੋਰ ਨਾ ਰਾਜ ਮਾਲ ਮਨ ਸੋਰ, ਜੋ ਮਨ ਦੇ ਵਿੱਚ ਸ਼ੋਰ ਸ਼ਰਾਬਾ ਜਿਹਾ ਚੱਲਦਾ ਨਾ, ਰਾਜ ਦਾ, ਮਾਲ ਦਾ, ਪਦਾਰਥਾਂ ਦਾ, ਇਹ ਵੀ ਇਹਦੇ ਆਪਣੇ ਹੱਥ ਵਿੱਚ ਨਹੀਂ ਹੈ। ਉਹ ਪਰਮੇਸ਼ਰ ਵਾਹਿਗੁਰੂ ਹੀ ਜਿਸ ਨੂੰ ਰਾਜ ਭਾਗ ਦੇਣਾ ਚਾਹੁੰਦਾ ਹੈ, ਮਾਲ ਪਦਾਰਥ ਦੇਣਾ ਚਾਹੁੰਦਾ ਹੈ, ਉਸੇ ਨੂੰ ਮਿਲਦਾ ਹੈ। ਜੋਰ ਨਾ ਰਾਜ ਮਾਲ ਮਨ ਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਤੇ ਆਪਣੇ ਜੋਰ ਦੇ ਨਾਲ ਇਹ ਸੁਰਤੀ ਦੀ ਇਕਾਗਰਤਾ ਵੀ ਨਹੀਂ ਕਰ ਸਕਦਾ। ਸੁਰਤੀ ਨੂੰ ਸ਼ਬਦ ਵਿੱਚ ਵੀ ਆਪਣੇ ਜੋਰ ਨਾਲ ਨਹੀਂ ਜੋੜ ਸਕਦਾ ਤੇ ਗਿਆਨ ਦੀ ਵਿਚਾਰ ਵੀ ਨਹੀਂ ਕਰ ਸਕਦਾ। ਜੋਰ ਨਾ ਜੁਗਤੀ ਛੁੱਟੈ ਸੰਸਾਰ, ਤੇ ਆਪਣੇ ਜੋਰ ਦੇ ਨਾਲ ਇਹ ਸੰਸਾਰ ਤੋਂ ਛੁੱਟਣ ਦੀ ਜੁਗਤੀ ਵੀ ਨਹੀਂ ਪ੍ਰਾਪਤ ਕਰ ਸਕਦਾ। ਜੁਗਤੀਆਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਦੀਆਂ। ਉਹ ਮਰਿਆਦਾ, ਵਿਧੀ, ਢੰਗ, ਤਰੀਕਾ, ਜੁਗਤੀ, ਇਹ ਵੀ ਵਾਹਿਗੁਰੂ ਜੀ ਕਿਰਪਾ ਕਰਦੇ ਆ ਤਾਂ ਜੀਵ ਨੂੰ ਹਾਸਲ ਹੁੰਦੀਆਂ। ਫਿਰ ਮਹਾਰਾਜ ਨੇ ਬਚਨ ਕੀਤਾ, ਜਿਸ ਹੱਥ ਜੋਰ ਕਰ ਵੇਖੈ ਸੋਏ। ਜਿਸ ਵਾਹਿਗੁਰੂ ਜੀ ਦੇ ਹੱਥ ਦੇ ਵਿੱਚ ਜੋਰ ਆ, ਉਹੀ ਕਰਕੇ ਸਾਰੇ ਸੰਸਾਰ ਨੂੰ ਪੈਦਾ ਤੇ ਵੇਖ ਰਿਹਾ ਸਾਰੇ ਸੰਸਾਰ। ਤੇ ਜੇ ਕੋਈ ਮਨੁੱਖ ਆਖੇ ਵੀ ਮੇਰੇ ਹੱਥ ਵਿੱਚ ਵੀ ਜੋਰ ਹੈਗਾ ਵਾ, ਮੇਰੇ ਹੱਥ ਵਿੱਚ ਵੀ ਤਾਕਤ ਹੈ, ਮੈਂ ਵੀ ਕੁਝ ਕਰ ਸਕਦਾ ਹਾਂ, ਤੇ ਮਹਾਰਾਜ ਕਹਿੰਦੇ ਫਿਰ ਕਰਕੇ ਵੇਖ ਲਵੇ, ਆਪਣਾ ਜੋਰ ਵਰਤ ਕੇ ਵੇਖ ਲਵੇ ਕਿੰਨਾ ਕੁ ਜੋਰ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ। ਭਾਵ ਮਨੁੱਖ ਦਾ ਜੋਰ ਜਿਹੜਾ ਹੈ ਉਹ ਨਹੀਂ ਚੱਲਦਾ, ਇਹਦੇ ਚਾਰੇ ਨਹੀਂ ਚੱਲਦੇ ਹਨ। ਇਹਨੂੰ ਹਾਰਨਾ ਪੈਂਦਾ, ਥੱਕਣਾ ਪੈਂਦਾ, ਥੱਕ ਜਾਂਦਾ ਹੈ। ਸਭ ਸਿਆਣਪਾਂ ਖਤਮ ਹੋ ਜਾਂਦੀਆਂ ਹਨ ਜਦੋਂ ਯਤਨ ਕਰ ਕਰਕੇ, ਹੱਠ ਯਤਨ ਕਰ ਕਰਕੇ ਥੱਕ ਗਿਆ ਨਾ, ਤੇ ਫਿਰ ਥੱਕੇ ਹੋਏ ਨੇ ਬੇਨਤੀਆਂ ਕੀਤੀਆਂ ਵੀ ਮਹਾਰਾਜ ਹੁਣ ਮੈਂ ਥੱਕ ਗਿਆ,
ਫਿਰ ਉਹਨਾਂ ਨੇ ਆਖਿਆ, ਐਸੇ ਬੇਅੰਤ ਸ਼ਬਦ ਗੁਰੂ ਕੀ ਬਾਣੀ ਵਿੱਚ ਆਉਂਦੇ ਜਿਨ੍ਹਾਂ ਨੇ ਪਹਿਲਾਂ ਆਪ ਯਤਨ ਕੀਤੇ, ਬੜੇ ਹੱਠ ਕੀਤੇ, ਹੱਠ ਦੇ ਨਾਲ ਤਪ ਕੀਤਾ, ਕਈ ਜੁਗਤੀਆਂ ਵਰਤੀਆਂ, ਕਈ ਢੰਗ, ਕਈ ਤਰੀਕੇ ਵਰਤੇ, ਕਈ ਵਿਧੀਆਂ ਵਰਤੀਆਂ। ਜਦੋਂ ਕੋਈ ਕੰਮ ਨਹੀਂ ਕੀਤੀ ਤੇ ਫਿਰ ਆਖਿਆ ਮਹਾਰਾਜ ਹੁਣ ਥੱਕ ਗਿਆ, ਹੁਣ ਫਿਰਦਾ ਫਿਰਦਾ ਥੱਕ ਗਿਆ। ਇਹ ਜਗਿਆਸੂਆਂ ਵੱਲੋਂ ਹੀ ਬੇਨਤੀ ਕੀਤੀ ਗਈ ਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਵੱਲੋਂ ਬਚਨ ਉਚਾਰਨ ਕੀਤੇ। ਜਿਵੇਂ ਸਤਿਗੁਰੂ ਜੀ ਫਰਮਾਉਂਦੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਹ ਜਗਿਆਸੂ ਵੱਲੋਂ ਹੀ ਬੇਨਤੀ ਹੈ। ਜਿਵੇਂ ਮਹਾਰਾਜ ਨੇ ਕਥਨ ਕੀਤਾ ਹੈ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਮਹਾਰਾਜ ਚਾਰ ਕੁੰਟਾਂ ਦੇ ਵਿੱਚ, ਦਸਾਂ ਦਿਸ਼ਾਵਾਂ ਵਿੱਚ ਭਰਮਦਾ ਭਟਕਦਾ ਹੋਇਆ ਥੱਕ ਗਿਆ ਹੁਣ ਮੈਂ। ਕਈ ਸਾਧਨ ਕਰਕੇ ਵੇਖ ਲੈ, ਕੋਈ ਸਿਰੇ ਨਹੀਂ ਚੜਿਆ ਹੈ, ਆਪਣਾ ਜ਼ੋਰ ਨਹੀਂ ਮਹਾਰਾਜ ਉਹਨੇ ਕੰਮ ਕੀਤਾ, ਮੈਂ ਥੱਕ ਗਿਆ। ਤੋ ਗਰੀਬ ਨਵਾਜ ਸਾਹਿਬ ਜੀ ਅੱਗੇ ਫਿਰ ਬੇਨਤੀਆਂ ਕੀਤੀਆਂ ਕਿ ਮਹਾਰਾਜ ਹੁਣ ਮੇਰਾ ਜ਼ੋਰ ਨਹੀਂ, ਹੁਣ ਤੁਸੀਂ ਕਿਰਪਾ ਕਰੋ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ। ਮਾਰੇ ਕਹਿੰਦੇ ਚਾਰਾ ਨਹੀਂ ਚੱਲ ਸਕਦਾ, ਨਮਸਕਾਰ ਕਰਨੀ ਬਣਦੀ, ਝੁਕਣਾ ਬਣਦਾ, ਆਪਣਾ ਹੱਥ ਆਪਣਾ ਜ਼ੋਰ ਛੱਡਣਾ ਪਵੇ। ਜ਼ੋਰ ਉਸ ਪਰਮੇਸ਼ਰ ਦਾ ਹੀ ਕੰਮ ਕਰਦਾ ਹੈ, ਤਾਕਤ ਵਾਹਿਗੁਰੂ ਦੀ ਕੰਮ ਕਰਦੀ ਹੈ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਉਹ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਸਾਰੇ ਪਾਸੇ ਚੱਲਦਾ, ਉਹਦਾ ਬਾਲੀ ਸਭ ਪਾਸੇ ਚੱਲਦਾ, ਉਹਨੇ ਆਪ ਹੀ ਸਾਰੇ ਕਰਤੱਬਾਂ ਨੂੰ ਕਰਾਉਣ ਵਾਲਾ ਉਹ ਬਣ ਰਿਹਾ। ਇੱਕੋ ਦੇ ਹੀ ਕਰਾਏ ਹੋਏ ਆਚਾਰ ਹੋ ਰਹੇ ਆ, ਰੰਗ ਰੂਪ ਸਾਰੇ ਪਾਸਿਓਂ ਵਿਆਪਕ ਹੈ ਤੇ ਸਾਰੇ ਰੰਗ ਰੂਪ ਆਕਾਰ ਉਸੇ ਨੇ ਪੈਦਾ ਕੀਤੇ ਹਨ। ਪੌਣ ਪਾਣੀ ਅਗਨੀ ਅਸ ਰੂਪ। ਮਹਾਰਾਜ ਸਾਹਿਬ ਕਹਿੰਦੇ ਕਿ ਪੌਣ ਰੂਪ ਵੀ ਉਹਨੇ ਹੀ ਧਾਰਨ ਕੀਤਾ ਹੋਇਆ ਹੈ, ਪਾਣੀ ਰੂਪ ਵੀ ਉਸੇ ਨੇ ਹੀ ਧਾਰਨ ਕੀਤਾ ਹੋਇਆ, ਅਗਨੀ ਦਾ ਰੂਪ ਵੀ ਉਸੇ ਨੇ ਹੀ ਧਾਰਨ ਕੀਤਾ ਹੋਇਆ। ਅਸ ਰੂਪ ਐਸਾ ਜਿਹੜਾ ਰੂਪ ਹੈ, ਇਹ ਪੌਣ ਪਾਣੀ ਅਗਨੀ ਦਾ ਐਸਾ ਰੂਪ ਉਸੇ ਨੇ ਧਾਰਿਆ ਹੋਇਆ। ਉਹ ਪਰਮੇਸ਼ਰ ਵਾਹਿਗੁਰੂ ਹੀ ਇਹ ਪੌਣ ਪਾਣੀ ਅਗਨੀ ਰੂਪ ਵੀ ਹੋ ਰਿਹਾ। ਪੌਣ ਰੂਪ ਉਹ ਕਰਕੇ ਵੀ ਜੀਵਾਂ ਨੂੰ ਜੀਵਨ ਦੇ ਰਿਹਾ, ਪਾਣੀ ਉਹ ਕਰਕੇ ਵੀ ਜੀਵਨ ਦੇ ਰਿਹਾ, ਅਗਨੀ ਉਹ ਕੇ ਵੀ ਉਹ ਜੀਵਨ ਦੇ ਰਿਹਾ। ਉਹ ਜਗ ਜੀਵਨ ਜੋ ਹੈ ਪਰਮੇਸ਼ਰ ਜਗਤ ਨੂੰ ਜੀਵਨ ਦੇਣ ਵਾਲਾ, ਹਵਾ ਰੂਪ ਹੋ ਕੇ ਵੀ ਜੀਵਨ ਦੇ ਰਿਹਾ ਸੰਸਾਰ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਸਾਰਾ ਜਗਤ ਜੇ ਖੇਡ ਰਿਹਾ ਨਾ ਇਸ ਸੰਸਾਰ ਦੀ ਖੇਡ ਦੇ ਵਿੱਚ, ਤੇ ਉਹ ਪਰਮੇਸ਼ਰ ਵਾਹਿਗੁਰੂ ਹੀ ਸਾਰਿਆਂ ਨੂੰ ਖਿਡਾ ਰਿਹਾ ਹੈ ਤੇ ਸਾਰੇ ਜੀਵਾਂ ਨੂੰ ਜੀਵਨ ਦੇ ਰਿਹਾ। ਵੇਖੋ ਹਵਾ ਦੇ ਰਾਹੀਂ, ਪੌਣ ਦੇ ਰਾਹੀਂ ਸਾਰਿਆਂ ਨੂੰ ਸਵਾਸ ਮਿਲ ਰਿਹਾ। ਜੇ ਹਵਾ ਨਾ ਹੋਵੇ ਤੇ ਸਾਹ ਨਾ ਹੋਣ। ਆ ਜਿਹੜੇ ਲੋਕ ਉੱਪਰਲੇ ਮੰਡਲਾਂ ਦੇ ਵਿੱਚ ਗਏ ਆ, ਸਾਇੰਸਦਾਨ ਵਿਗਿਆਨੀ ਲੋਕ, ਕੁਝ ਐਸੇ ਗ੍ਰਹਿਆਂ ਦੇ ਉੱਤੇ ਗਏ, ਉਹਨਾਂ ਨੇ ਖੋਜਾਂ ਕੀਤੀਆਂ। ਕੋਈ ਇਸੇ ਤਰ੍ਹਾਂ ਚੰਦਰਮਾ ਦੇ ਉੱਤੇ ਗਏ, ਹੋਰ ਵੱਖ-ਵੱਖ ਥਾਵਾਂ ਦੀਆਂ ਖੋਜਾਂ ਉਹਨਾਂ ਕੀਤੀਆਂ। ਜਿਸ ਥਾਂ ਦੇ ਉੱਤੇ ਆਕਸੀਜਨ ਨਹੀਂ ਮਿਲਦੀ, ਉੱਥੇ ਫਿਰ ਉਹਨਾਂ ਨੂੰ ਆਕਸੀਜਨ ਨਾਲ ਲੈ ਕੇ ਜਾਣਾ ਪੈਂਦਾ। ਜਿੱਥੇ ਹਵਾ ਨਹੀਂ ਮਿਲਦੀ ਹੈ, ਉੱਥੇ ਫਿਰ ਉਹ ਨਾਲ ਲੈ ਕਰਕੇ ਜਾਂਦੇ, ਹਵਾ ਦੇ ਆਕਸੀਜਨ ਦੇ ਸਿਲੰਡਰ ਨਾਲ ਲੈ ਕੇ ਜਾਂਦੇ। ਕਈਆਂ ਉੱਚੇ ਉੱਚੇ ਪਹਾੜਾਂ ਦੇ ਉੱਤੇ, ਜਿੱਥੇ ਘੱਟ ਆਕਸੀਜਨ ਮਿਲਦੀ, ਉੱਥੇ ਉਹਨਾਂ ਥਾਵਾਂ ਤੇ ਵੀ ਲੈ ਕੇ ਜਾਂਦੇ। ਜਾਂ ਇਸੇ ਤਰ੍ਹਾਂ ਧਰਤੀ ਦੇ ਹੇਠਾਂ ਜਦੋਂ ਗੁਫਾਵਾਂ ਵਿੱਚ ਜਾਂਦੇ ਆ, ਜਾਂ ਸਮੁੰਦਰਾਂ ਦੇ ਵਿੱਚ ਥੱਲੇ ਜਾਂਦੇ ਆ,
ਉੱਥੇ ਵੀ ਉਹ ਆਕਸੀਜਨ ਨਾਲ ਲੈ ਕੇ ਜਾਂਦੇ, ਕਿਉਂਕਿ ਹਵਾ ਤੋਂ ਬਿਨਾਂ ਜੀਵਨ ਨਹੀਂ। ਸਵਾਸ ਇਹ ਹਵਾ ਦੇ ਨਾਲ ਹੀ ਆ। ਹਵਾ ਮਿਲੇ ਤੇ ਹਵਾ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ, ਉਹ ਹਵਾ ਰੂਪ ਹੋ ਕਰਕੇ ਵੀ ਜੀਵਨ ਦੇ ਰਿਹਾ ਹੈ ਸੰਸਾਰ ਨੂੰ। ਇਹ ਪਾਉਣ ਦਾ ਰੂਪ ਵੀ ਉਹਨੇ ਹੀ ਧਾਰਿਆ ਹੋਇਆ, ਕਿਉਂਕਿ ਵਾਹਿਗੁਰੂ ਜੀ ਸਰਬ ਵਿਆਪਕ ਆ, ਤੇ ਸਰਬ ਵਿਆਪਕ ਉਹ ਹਵਾ ਦੇ ਵਿੱਚ ਹਵਾ ਦੇ ਰੂਪ ਹੋ ਰਹੇ, ਪੌਣ ਰੂਪ ਹੋ ਰਹੇ ਆ, ਪਾਣੀ ਰੂਪ ਹੋ ਰਹੇ, ਅੱਗ ਦਾ ਰੂਪ ਵੀ ਹੋ ਰਿਹਾ। ਇਹਨਾਂ ਸਾਰਿਆਂ ਤੱਤਾਂ ਦੇ ਰਾਹੀਂ ਜਿੱਥੇ ਸੰਸਾਰ ਨੂੰ ਪੈਦਾ ਕੀਤਾ ਹੈ, ਉੱਥੇ ਇਹਨਾਂ ਤੱਤਾਂ ਦੇ ਦੁਆਰਾ ਹੀ ਸੰਸਾਰ ਨੂੰ ਆਸਰਾ ਵੀ ਦਿੱਤਾ ਹੋਇਆ। ਪੰਜਾਂ ਤੱਤਾਂ ਦੇ ਨਾਲ ਹੀ ਰਚਨਾ ਰਚੀ ਹੈ ਨਾ। ਸਰੀਰ ਪੰਜਾਂ ਤੱਤਾਂ ਦਾ ਹੀ ਬਣਾਇਆ ਪਰਮੇਸ਼ਰ ਨੇ। ਪੰਜ ਤੱਤ 25 ਪ੍ਰਕਿਰਤੀਆਂ, ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਇਹ ਪੌਣ ਹੈ, ਪਾਣੀ ਹੈ, ਅਗਨੀ ਹੈ, ਧਰਤੀ ਹੈ, ਆਕਾਸ਼ ਹੈ। ਇਹਨਾਂ ਪੰਜਾਂ ਤੱਤਾਂ ਦੇ ਰਾਹੀਂ ਸਰੀਰ ਦੀ ਰਚਨਾ ਰਚੀ ਹੈ, ਤੇ ਇਹ ਸਰੀਰ ਫਿਰ ਜਿਉਂਦੇ ਰਹਿਣ ਵਾਸਤੇ ਇਹਨਾਂ ਨੂੰ ਪੰਜੇ ਤੱਤਾਂ ਦੀ ਲੋੜ ਵੀ ਰਹਿੰਦੀ। ਜੇ ਪੰਜਾਂ ਤੱਤਾਂ ਨਾਲ ਸਰੀਰ ਨੂੰ ਬਣਾਇਆ ਨਾ, ਤੇ ਇਹਦੇ ਜਿਉਂਦੇ ਰਹਿਣ ਵਾਸਤੇ ਵੀ ਪੰਜ ਤੱਤ ਚਾਹੀਦੇ। ਇਹਨੂੰ ਮਿੱਟੀ ਵੀ ਚਾਹੀਦੀ ਹੈ, ਇਹਨੂੰ ਆਕਾਸ਼ ਵੀ ਚਾਹੀਦਾ, ਇਹਨੂੰ ਹਵਾ ਵੀ ਚਾਹੀਦੀ ਹੈ, ਇਹਨੂੰ ਪਾਣੀ ਵੀ ਚਾਹੀਦਾ ਹੈ, ਤੇ ਇਸ ਨੂੰ ਅਗਨੀ ਵੀ ਚਾਹੀਦੀ ਹੈ। ਇਹਨਾਂ ਤੋਂ ਬਿਨਾਂ ਇਹ ਜੀਵਨ ਜਿਉਂਦਾ ਹੀ ਨਹੀਂ ਰਹਿ ਸਕਦਾ। ਇੱਕ ਚੀਜ਼ ਵੀ ਨਾ ਮਿਲੇ ਤੇ ਸਰੀਰ ਜਿਉਂਦਾ ਨਹੀਂ ਰਹਿ ਸਕਦਾ। ਹਵਾ ਨਾ ਮਿਲੇ ਤਾਂ ਸਰੀਰ ਮੁਰਦਾ ਹੋ ਜਾਂਦੇ। ਸਵਾਸ ਨਾ ਹੋਣ, ਜਿੱਥੇ ਆਕਸੀਜਨ ਨਹੀਂ ਮਿਲਦੀ ਹੈ, ਆਕਸੀਜਨ ਤੋਂ ਬਿਨਾਂ, ਹਵਾ ਤੋਂ ਬਿਨਾਂ ਸਰੀਰ ਜਿਉਂਦਾ ਰਹਿੰਦਾ ਹੀ ਨਹੀਂ। ਜੇ ਹਵਾ ਮਿਲੇ, ਪਾਣੀ ਨਾ ਮਿਲੇ, ਤੇ ਪਾਣੀ ਤੋਂ ਬਿਨਾਂ ਪਿਆਸੇ ਮਰ ਜਾਂਦੇ। ਪਾਣੀ ਤੋਂ ਬਿਨਾਂ ਵੀ ਸਰੀਰ ਮੁਰਦਾ ਹੋ ਜਾਂਦਾ। ਜੇ ਅਗਨੀ ਨਾ ਮਿਲੇ ਤੇ ਫਿਰ ਵੀ ਜਿਉਂਦਾ ਨਹੀਂ ਰਹਿ ਸਕਦਾ। ਉਹ ਪਰਮੇਸ਼ਰ ਵਾਹਿਗੁਰੂ ਜੀ ਨੇ ਕਿਵੇਂ ਇਹ ਸਾਰਾ ਜਿਹੜਾ ਵਾਹਿਗੁਰੂ ਜੀ ਨੇ ਰਚਨਾ ਰਚੀ ਹੋਈ ਹੈ, ਕਿਵੇਂ ਜੋੜ ਜੜੇ ਹੋਏ ਹਨ, ਕਿਸ ਤਰੀਕੇ ਦੇ ਨਾਲ, ਕਿਵੇਂ ਉਹਨੇ ਸੰਸਾਰ ਦੀ ਰਚਨਾ ਤੇ ਸਮੇਂ-ਸਮੇਂ ਨਾਲ ਰੁੱਤਾਂ ਜਿਹੜੀਆਂ ਹਨ ਵੇਖੋ ਬਦਲਦੀਆਂ ਰਹਿੰਦੀਆਂ ਵਾਹਿਗੁਰੂ ਦੇ ਹੁਕਮ ਦੇ ਵਿੱਚ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਕਦੀ ਸਰਦੀ, ਕਦੀ ਗਰਮੀ, ਕਦੀ ਬਸੰਤ, ਇਹ ਵੱਖ-ਵੱਖ ਰੁੱਤਾਂ। ਕਦੀ ਠੰਡ ਹੈ, ਕਦੀ ਗਰਮੀ ਹੈ। ਤਾਂ ਇਹ ਸਾਰੀ ਰਚਨਾ ਵਾਹਿਗੁਰੂ ਜੀ ਨੇ ਕੈਸੀ ਅਚਰਜ ਤਰ੍ਹਾਂ ਦੀ ਰਚੀ ਹੋਈ ਹੈ। ਤਾਂ ਉਸਨੇ ਇਹਨਾਂ ਤੱਤਾਂ ਦੇ ਰਾਹੀਂ ਜੀਵਨ ਦਿੱਤਾ ਹੋਇਆ। ਫਿਰ ਵੇਖੋ ਹਵਾ ਸ੍ਰਿਸ਼ਟੀ ਨੂੰ ਚਾਹੀਦੀ ਹੈ, ਤੇ ਕਿੰਨੇ ਵੱਡੇ ਰੂਪ ਦੇ ਵਿੱਚ, ਕਿੰਨੇ ਖੁੱਲੇ ਰੂਪ ਦੇ ਵਿੱਚ ਹਵਾ ਦਿੱਤੀ ਹੋਈ ਹੈ। ਫਿਰ ਫਰੀ ਵਿੱਚ ਹੀ ਦਿੱਤੀ ਹੋਈ ਹੈ। ਪਾਣੀ ਜਿਹੜਾ ਹੈ ਉਹ ਕਿੰਨਾ ਦਿੱਤਾ ਹੋਇਆ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਇ। ਪਹਿਲਾ ਪਾਣੀ ਦੇ ਨਾਲ ਹੀ ਮਹਾਰਾਜ ਕਹਿੰਦੇ ਵੀ ਇਹ ਘਾੜਤ ਘੜੀ ਹੈ, ਤੇ ਪਾਣੀ ਹੀ ਪਹਿਲਾਂ ਇਹ ਜੀਵਨ ਵਾਸਤੇ ਉਹਨੇ ਦਿੱਤਾ ਹੋਇਆ। ਸਾਰੇ ਜੀਵਾਂ ਨੂੰ ਪਾਣੀ ਪੀਣ ਵਾਸਤੇ ਚਾਹੀਦਾ, ਤੇ ਕਿੰਨਾ ਖੁੱਲੇ ਰੂਪ ਦੇ ਵਿੱਚ ਦਿੱਤਾ ਹੋਇਆ। ਤੇ ਅਗਨੀ, ਇਹ ਸਾਰਾ ਕੁਝ ਸਾਡੇ ਜਿੱਥੇ ਸਰੀਰ ਦੀ ਰਚਨਾ ਇਹਨਾਂ ਤੱਤਾਂ ਨਾਲ ਹੈ, ਉਥੇ ਸਰੀਰ ਦੇ ਵਿੱਚ ਇਹਨਾਂ ਨੂੰ ਐਨ ਬਰਾਬਰ ਰੱਖਿਆ ਹੋਇਆ ਪਰਮੇਸ਼ਰ ਵਾਹਿਗੁਰੂ ਜੀ। ਜਦੋਂ ਵਾਧਾ ਘਾਟਾ ਕੋਈ ਹੁੰਦਾ ਹੈ, ਉਸ ਵੇਲੇ ਸਰੀਰ ਰੋਗੀ ਹੁੰਦਾ ਹੈ। ਕਿਸੇ ਵੇਲੇ ਕੋਈ ਪਾਣੀ ਦਾ ਤੱਤ ਵੱਧ ਜਾਂਦਾ ਹੈ ਜਾਂ ਅਗਨੀ ਦਾ ਤੱਤ ਵੱਧ ਜਾਂਦਾ ਹੈ, ਫਿਰ ਸਰੀਰ ਢਿੱਲਾ ਮੱਠਾ ਹੁੰਦਾ ਹੈ।
ਜੇ घट जावे फिर भी। तो परमेश्वर वाहिगुरु जी ने ऐसी ये रचना धन गुरु नानक साहब गरीब नवाज कहते उहदा ऐसा रूप है, वो पौन रूप भी हो रहा है, पानी रूप भी हो रहा है, अग्नि रूप भी हो रहा है। साडे अंदर भी अग्नि है, मेदे की अग भी है जो खाधा पीता हजम करती है, बाहर भी अग्नि है, चुल्हे दे विच बलदी है ते प्रशादा तैयार हुंदा। ये अग्नि भी उन्हें रूप धारण किया होया। तो ऐसा वो परमेश्वर वाहिगुरु है जिसने ये पौन पानी ते अग्नि का भी ऐसा रूप धारण किया होया है। इन्हां दे विच व्यापक हो करके ते जीवां नूं, संसार नूं, सृष्टि नूं जीवन दान दे रहा है। इको अवर अवै तिहो लोय। जिथे उन्हें तत्त पैदा कीते आ उथे इको इको परमेश्वर वाहिगुरु भवर रूप हो के, भौर कहते आत्मा नूं, भवर कहते आत्मा नूं, वो आत्मा रूप हो करके तिन्नां लोकां दे विच पाउंदा, तिन्नां लोकां दे विच वो भरमण कर लिया आत्मा रूप हो करके। सारे जीवां दे अंदर जो आत्मा है ये उसे दी अंश है। भगत कबीर साहब जी कहते कहो कबीर हो राम की अंश, जस कागद पर मिटै ना मंस। ये भवर जो जीव आत्मा रूपी भौरा है, तिन्ना लोकां दा भरमण करदा है, ये आत्मा भी वो परमात्मा ही हो रहा है। परमात्मा जीव के अंदर आत्मा रूप हो करके बैठा हुआ है। उन्हें अपने आप को आत्मा रूप दे विच जीव के अंदर टिकाया होया ते उसे आत्मा का ज्ञान सतगुरु जी बख्शिश करते हैं। महाराज साहब कहते हैं कि हे गुरसिख ये जीव तू देह नहीं है, तू आ शरीर नहीं है, तू तो आत्मा है ते आत्मा परमात्मा का स्वरूप है। जिवें एक सागर है एक बूंद है, हुण बूंद जिहड़ी है वो भी सागर का रूप है, पर समुंदर तो वखरी होने करके वो बूंद जिहड़ी है वो अपने आप को वखरी भी समझती है ते अपनी वखरी होंद प्रगट करती है। पर वो बूंद सागर दे विचों ही पैदा हुई है ते सागर का ही रूप है, समुंदर का ही रूप है। इसे तरह ये जीव आत्मा परमात्मा का ही रूप है, उहदा ही अंश है। तो ये परमेश्वर वाहिगुरु जी ने ऐसा कौतक रचिया होया है, वो जीव आत्मा रूप हो करके भी तिन्ना लोकां दा भरमण करदा है, तिन्ना लोकां विच पाउंदा। तो ये जीव दे अंदर वो तो शुद्ध स्वरूप ही है, पर उसे ने उत्ते पड़दे पा दिते। आत्मा जीव दे अंदर रख करके उत्ते कई पड़दे पा दिते ते जीवां दे ये उसे ने बुद्धि सुभाव ते सारा जिहड़ा है समझ वो वखरी वखरी बना दिती हाले करी। हुण जीव नूं वो अपनी आत्मा का ज्ञान ही नहीं है, ये अपने आप को आ शरीर ही समझी बैठा है भी मैं तो आ शरीर वां, ते शरीर का जिहड़ा नाम रखिया है मापियां ने वो समझी बैठा है भी मेरे शरीर का जिहड़ा नाम है ते मैं तो यही सिंह हाँ, यही कौर हाँ। ते महाराज साहब कहंदे भी ये तां तेरे शरीर दे जन्म तो बाद विच तेरा ये नाम रखिया गया, पर तू तो आत्मा स्वरूप है। जिस वेले महाराज साहब जी अपनी मेहर की दृष्टि पा करके अपना ज्ञान बख्शिश करते हैं, फिर जीव आत्मा के ज्ञान हासिल करने वाला बनता है, आत्म ज्ञानी बनता है। उतों तक यदि पहुँच अपड़ती है आत्मा तक, नहीं तो बार बार ही ये देह तक ही सीमित रहिंदा, शरीर तक ही।
ਵੇਖਣ ਤੱਕ, ਸੁਣਨ ਤੱਕ, ਸੁੰਘਣ ਤੱਕ, ਬੋਲਣ ਤੱਕ, ਸਪਰਸ਼ ਤੱਕ, ਇਹ ਬਾਹਰਲੇ ਦੇਹ ਦੇ ਵਿਸ਼ਿਆਂ ਤੇ ਕੀ ਸੀਮਤ ਰਹਿੰਦਾ ਹੈ। ਦੇਹ ਤੋਂ ਤਾਂ ਪਰੇ ਜਾਂਦਾ ਹੀ ਨਹੀਂ ਹੈ। ਇਸ ਨੂੰ ਆਖਿਆ ਹੈ ਕਿ ਵਿਸ਼ੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਵਿੱਚ ਪੈ ਕਰਕੇ ਉਹ ਜਿਹੜਾ ਅੰਦਰ ਆਤਮਿਕ ਆਨੰਦ ਹੈ ਉਹ ਆਤਮਾ ਤੀਕ ਪਹੁੰਚ ਕਰਕੇ ਮਿਲਣਾ ਸੀ। ਤੇ ਜਿਹੜੇ ਆਤਮਾ ਤੀਕ ਪਹੁੰਚੇ ਉਹਨਾਂ ਨੂੰ ਬ੍ਰਹਮ ਗਿਆਨੀ ਆਖਿਆ, ਉਹਨਾਂ ਨੂੰ ਆਤਮਿਕ ਗਿਆਨੀ ਆਖਿਆ, ਉਹਨਾਂ ਗੁਰਮੁਖਾਂ ਨੂੰ। ਤੇ ਉਹਨਾਂ ਨੇ ਫਿਰ ਇਹ ਸਰੀਰ ਤੋਂ ਪਰੇ ਹੋਣਾ ਕੀਤਾ। ਸਰੀਰ ਵਿੱਚ ਰਹਿੰਦੇ ਆ, ਸਰੀਰ ਤੋਂ ਉੱਪਰ ਉੱਠ ਗਏ, ਉੱਥੋਂ ਤੀਕ ਉਹਨਾਂ ਦੀ ਪਹੁੰਚ ਚਲੇ ਗਈ। ਭਾਈ ਸਾਹਿਬ ਭਾਈ ਮਣੀ ਸਿੰਘ ਜੀ ਵਰਗੇ, ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ, ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਲੱਗੇ ਨਾ, ਬਖਸ਼ੀਅਰ ਬਾਦਸ਼ਾਹ, ਉਹਦੇ ਸਿਪਾਹੀ ਦਿੱਲੀ ਦੇ ਵਿੱਚ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹਨਾਂ ਨੇ ਜਮੂਰਾਂ ਨਾਲ ਮਾਸ ਖਿੱਚਿਆ। ਉਹ ਲੋਹੇ ਦੇ ਜਮੂਰ ਹੁੰਦੇ ਨਾ, ਉਹਨਾਂ ਦੇ ਨਾਲ ਮਾਸ ਖਿੱਚਦੇ ਤੇ ਤੱਤੀਆਂ ਸਲਾਈਆਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨੇਤਰਾਂ ਦੇ ਵਿੱਚ ਦੀ ਆਰ ਪਾਰ ਕਰ ਦਿੱਤੀਆਂ। ਐ ਲਾਲ ਸੁਰਖ ਸਲਾਈਆਂ ਨੇਤਰਾਂ ਵਿੱਚ ਦੀ ਆਰ ਪਾਰ ਕਰ ਦਿੱਤੀਆਂ ਤੇ ਜਮੂਰਾਂ ਦੇ ਨਾਲ ਬਾਬਾ ਜੀ ਦਾ ਮਾਸ ਖਿੱਚਦੇ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਆਤਮਿਕ ਗਿਆਨੀ ਸਨ, ਆਤਮਾ ਦੀ ਕੱਪੜੇ ਹੋਏ, ਗੁਰੂ ਕੀ ਕਿਰਪਾ ਵਾਲੇ। ਉਹਨਾਂ ਨੂੰ ਪੁੱਛਦਾ ਹੈ ਬਖਸ਼ੀਅਰ ਬਾਦਸ਼ਾਹ ਵੀ ਕਿਵੇਂ ਲੱਗਦਾ ਹੈ ਇਹ ਬੰਦਾ ਸਿੰਘ, ਹੁਣ ਕਿਵੇਂ ਮਹਿਸੂਸ ਹੁੰਦਾ ਹੈ, ਕਿੰਨਾ ਕੁ ਦੁੱਖ ਲੱਗਦਾ ਹੈ? ਤੇ ਬਾਬਾ ਜੀ ਕਹਿੰਦੇ ਵੀ ਮੈਨੂੰ ਦੁੱਖ ਕਾਹਦਾ ਲੱਗਣਾ। ਜਿਹੜਾ ਇਨਸਾਨ ਕੋਠੇ ਦੇ ਵਿੱਚ ਬੈਠਾ ਹੋਵੇ, ਕੋਈ ਕੋਠੇ ਨੂੰ ਪੁੱਟੀ ਜਾਵੇ, ਕੋਠੇ ਨੂੰ ਪੁੱਟੀ ਜਾਵੇ, ਕੋਠੇ ਨੂੰ ਪੁੱਟੀ ਜਾਵੇ, ਕੋਠੇ ਨੂੰ ਦੁੱਖ ਦੇਈ ਜਾਵੇ, ਉਹਨੂੰ ਮਾਰੀ ਜਾਵੇ, ਤੇ ਅੰਦਰ ਬੈਠੇ ਹੋਏ ਨੂੰ ਕਾਹਦਾ ਦੁੱਖ ਹੋਣਾ? ਕਹਿੰਦੇ ਤੁਸੀਂ ਤੇ ਮੇਰੇ ਆਤਮਾ ਦੇ ਕੋਠੇ ਨੂੰ ਕੁੱਟ ਰਹੇ ਹੋ। ਇਹਦਾ ਭਾਵ ਇਹ ਕਿ ਸਰੀਰ ਦੇ ਸੁੱਖਾਂ ਦੁੱਖਾਂ ਤੋਂ ਉੱਪਰ ਉੱਠੇ ਹੋਏ ਸਨ ਬਾਬਾ ਬੰਦਾ ਸਿੰਘ ਬਹਾਦਰ। ਉਹਨਾਂ ਆਖਿਆ ਤੁਸੀਂ ਤੇ ਮੇਰੇ ਸਰੀਰ ਨੂੰ ਖਿੱਚ ਰਹੇ ਹੋ, ਮੇਰੇ ਸਰੀਰ ਦੇ ਉੱਤੇ ਤਸ਼ੱਦਦ ਕਰ ਰਹੇ ਹੋ। ਮੈਂ ਤਾਂ ਸਰੀਰ ਤੋਂ ਪਰੇ ਹਾਂ, ਮੈਂ ਸਰੀਰ ਥੋੜਾ ਹਾਂ। ਕਹਿੰਦੇ ਮੈਂ ਤਾਂ ਸਰੀਰ ਤੋਂ ਪਰੇ ਹਾਂ, ਮੈਂ ਤਾਂ ਸਰੀਰ ਤੋਂ ਵੱਖਰਾ ਹਾਂ। ਉਹ ਆਤਮਿਕ ਗਿਆਨੀ, ਆਤਮਾ ਦੀ ਕੱਪੜੇ ਹੋਏ। ਪਰ ਉੱਥੇ ਕੋਈ ਉਹੀ ਅਪੜਦਾ ਜਿਹਦੇ ਉੱਤੇ ਗੁਰੂ ਸਾਹਿਬ ਕਿਰਪਾ ਕਰੇ, ਨਹੀਂ ਤੇ ਬੰਦਾ ਸਰੀਰ ਦੇ ਭੋਗਾਂ ਵਿੱਚ ਹੀ ਫਸਿਆ ਰਹਿੰਦਾ ਹੈ। ਵੇਖਣ ਦੇ ਵਿਸ਼ੇ, ਵਾਸ਼ਨਾ ਦੇ ਦ੍ਰਿਸ਼ ਵੇਖਣ ਦੇ ਵਿੱਚ, ਗੰਦੇ ਮੰਦੇ ਗੀਤ ਸੁਣਨ ਦੇ ਵਿੱਚ, ਸੁੰਘਣ ਦੇ ਵਿੱਚ, ਸਰੀਰ ਦੀ ਸਪਰਸ਼ਤਾ ਦੇ ਵਿੱਚ। ਤੋ ਇਸੇ ਤਰ੍ਹਾਂ ਜਿਹੜੇ ਸਰੀਰ ਦੇ ਵਿਸ਼ੇ ਹਨ, ਖਾਣ ਪੀਣ, ਪਹਿਨਣ ਭੋਗਣ, ਇਹਨਾਂ ਦੇ ਵਿੱਚ ਹੀ ਇਨਸਾਨ ਰਹਿੰਦਾ। ਤੇ ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ, ਫਿਰ ਕੋਈ ਸਰੀਰਕ ਤਲ ਤੋਂ ਉੱਪਰ ਉੱਠ ਕਰਕੇ ਆਤਮਾ ਤੀਕ ਜਾਂਦਾ ਹੈ। ਤੋ ਉਹ ਆਤਮਾ ਪਰਮਾਤਮਾ ਦਾ ਸਰੂਪ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸੋ ਰਾਮ ਕੀ ਅੰਸ ਹੈ। ਜਿਸ ਨੂੰ ਮਹਾਰਾਜ ਨੇ ਵੀ ਆਖਿਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜੀਵ ਤੂੰ ਜੋਤ ਸਰੂਪ ਹੈ, ਤੂੰ ਆਪਣੇ ਮੂਲ ਨੂੰ ਪਛਾਣ ਤੋਂ ਭੁੱਲਿਆ ਹੋਇਆ ਹੈ। ਜਿਵੇਂ ਗਰੀਬ ਨਵਾਜ ਕਹਿੰਦੇ ਵੀ ਇਹ ਦੇਹ ਮਿਲੀ ਹੋਈ ਆ ਤੈਨੂੰ, ਜਿਵੇਂ ਮਨੁੱਖਾ ਦੇਹ ਮਿਲੀ ਆ ਨਾ, ਇਸ ਤਰ੍ਹਾਂ ਤੈਨੂੰ ਅੱਗੇ ਵੀ ਕਈ ਦੇਹਾਂ ਮਿਲੀਆਂ, ਤੇ ਇਹ ਦੇਹ ਮਿਲੀ ਆ ਤੈਨੂੰ, ਤੂੰ ਇਹ ਦੇਹ ਥੋੜਾ ਵਾ। ਦੇਹ ਮਿਲੀ ਆ ਤੈਨੂੰ, ਤੇ ਦੇਹ ਮਿਲੀ ਆ ਸੇਵਾ ਸਿਮਰਨ ਕਰਨ ਵਾਸਤੇ, ਭਜਨ ਕਰਨ ਵਾਸਤੇ। ਮਨੁੱਖਾ ਦੇਹ ਵਿੱਚ ਹੀ ਤੂੰ ਜਪ ਕਰ ਸਕਦਾ, ਤਪ ਕਰ ਸਕਦਾ, ਸਤ ਸੰਗਤ ਕਰ ਸਕਦਾ, ਸੇਵਾ ਸਿਮਰਨ, ਗੁਰੂ ਕੀ ਸਿੱਖਿਆ ਧਾਰਨ ਕਰ ਸਕਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ।
ਭਈ ਪ੍ਰਾਪਤ ਆਖਿਆ ਵੀ ਤੈਨੂੰ ਪ੍ਰਾਪਤ ਹੋਈ ਆ ਮਨੁੱਖਾ ਤੇ। ਇਹਦਾ ਮਤਲਬ ਇਹ ਵੀ ਆ ਵੀ ਕਦੀ ਨਹੀਂ ਸੀ ਪ੍ਰਾਪਤ ਹੋਈ ਤੇ ਕਦੀ ਨਹੀਂ ਇਹ ਰਹਿਣੀ ਕੋਲੇ, ਵੀ ਹੁਣ ਤੇਰੇ ਕੋਲੇ ਆ, ਹੁਣ ਇਹਦੇ ਤੋਂ ਲਾਭ ਲੈ, ਦੇ ਮਿਲੀ ਆ ਤੈਨੂੰ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲ ਕਰਕੇ ਕੇਵਲ ਪ੍ਰਭੂ ਦਾ ਭਜਨ ਕਰ। ਇਹ ਵੀ ਗਰੀਬ ਨਵਾਜ ਨੇ ਆਖਿਆ ਵੀ ਇਸ ਦੇਹ ਤੋਂ ਪਹਿਲਾਂ ਕਈ ਹੋਰ ਵੀ ਜੂਨਾਂ ਦੀਆਂ ਦੇਹਾਂ ਤੂੰ ਧਾਰਨ ਕੀਤੀਆਂ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਭਰੀਆ, ਜਗਤ ਦੇ ਈਸ਼ਵਰ ਨੂੰ ਮਿਲਣ ਦੀ ਵਾਰੀ ਮਿਲੀ ਆ ਤੈਨੂੰ। ਚਿਰੰਕਾਲ ਇਹ ਦੇਹ ਸੰਜਰੀਆ, ਚਿਰ ਕਾਲ ਪਿੱਛੋਂ ਇਹ ਦੇਹ ਜਿਹੜੀ ਆ ਤੈਨੂੰ ਪ੍ਰਾਪਤ ਹੋਈ ਆ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਏਕੋ ਭਵਰ ਭਵੈ ਦੇਹ ਲੋਏ। ਇੱਕੋ ਪਰਮੇਸ਼ਰ ਵਾਹਿਗੁਰੂ ਹੀ ਜੀਵ ਦੇ ਅੰਦਰ ਆਤਮਾ ਰੂਪ ਹੋ ਕਰਕੇ, ਉਹ ਆਤਮ ਭੌਰ ਰੂਪ ਹੋ ਕਰਕੇ ਫਿਰ ਤਿੰਨਾਂ ਲੋਕਾਂ ਦੇ ਵਿੱਚ ਉਹ ਭਰਮਣ ਕਰ ਰਿਹਾ ਹੈ। ਇੱਕੋ ਪੁੱਛੈ ਸੁਛੈ ਪਤ ਹੋਏ। ਜਦੋਂ ਗੁਰੂ ਸਾਹਿਬ ਜੀ ਦੇ ਦਰ ਤੇ ਆ ਕਰਕੇ ਇਹ ਜੀਵ ਇੱਕੋ ਬੂਝੈ, ਉਸ ਇੱਕ ਪਰਮੇਸ਼ਰ ਵਾਹਿਗੁਰੂ ਜੀ ਨੂੰ ਬੂਝੈ, ਬੁੱਝਦਾ ਹੈ ਨਾ, ਸਮਝਦਾ ਹੈ, ਬੁੱਝਦਾ ਹੈ ਤੇ ਬੁਝਾਉਂਦੇ ਆ ਗੁਰੂ ਸਾਹਿਬ ਜੀ। ਬੁੱਝਣਾ ਹੈ ਪਰਮੇਸ਼ਰ ਵਾਹਿਗੁਰੂ ਜੀ ਨੂੰ, ਗੁਰੂ ਸਾਹਿਬ ਜੀ ਦੇ ਪਾਸੋਂ ਬੁੱਝਣਾ ਹੈ। ਗੁਰੂ ਸਾਹਿਬ ਜੀ ਨੇ ਜੀਵ ਨੂੰ ਬੁਝਾਉਣਾ ਹੈ, ਬੂਝ ਦੇਣੀ ਪਰਮੇਸ਼ਰ ਦੀ। ਜਿਵੇਂ ਜਪਜੀ ਸਾਹਿਬ ਦੇ ਵਿੱਚ ਬੇਨਤੀ ਕੀਤੀ ਗਈ ਹੈ ਨਾ, ਮਹਾਰਾਜ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੀਏ, ਗੁਰਾ ਇੱਕ ਦੇਹ ਬੁਝਾਈ। ਇਹ ਸਤਿਗੁਰੂ ਜੀ ਇੱਕ ਪਰਮੇਸ਼ਰ ਵਾਹਿਗੁਰੂ ਜੀ ਦੀ ਬੂਝ ਮੈਨੂੰ ਦੇ ਦਿਓ, ਇੱਕ ਪ੍ਰਭੂ ਜੀ ਮੈਨੂੰ ਸਮਝਾ ਦਿਓ, ਮੈਨੂੰ ਵਾਹਿਗੁਰੂ ਦੀ ਸਮਝ ਆ ਜਾਵੇ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਉਹ ਮੈਨੂੰ ਵਿਸਰੇ ਨਾ। ਮਹਾਰਾਜ ਕਹਿੰਦੇ ਜਦੋਂ ਇੱਕ ਨੂੰ ਬੂਝੈ, ਬੁੱਝਦਾ ਹੈ ਨਾ ਗੁਰੂ ਸਾਹਿਬ ਜੀ ਦੇ ਪਾਸੋਂ, ਇੱਕ ਦੇ ਬਾਰੇ ਬੂਝੈ ਨਾ ਪੁੱਛਣ ਦਾ ਵੀ ਹੈ। ਗੁਰੂ ਸਾਹਿਬ ਜੀ ਤੋਂ ਆ ਕੇ ਪੁੱਛਦਾ ਹੈ ਕਿ ਮਹਾਰਾਜ ਇੱਕ ਦੀ ਬੂਝ ਦਿਓ, ਮੈਨੂੰ ਬੁਝਾਓ ਇੱਕ। ਫਿਰ ਸਤਿਗੁਰੂ ਜੀ ਬੂਝ ਦਿੰਦੇ, ਸਮਝ ਦਿੰਦੇ, ਜਣਾਉਂਦੇ ਆ। ਫਿਰ ਉਹੀ ਜਾਣਦਾ ਜਿਸ ਨੂੰ ਗੁਰੂ ਸਾਹਿਬ ਜੀ ਜਣਾ ਦਿੰਦੇ, ਬੁਝਾ ਦਿੰਦੇ। ਜਿਸ ਨੂੰ ਤੂੰ ਜਾਣ ਆਏ ਹੈ, ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਫਿਰ ਸਦਾ ਵਾਰੀ ਦੇ ਗੁਣਾਂ ਨੂੰ ਆਖਦਾ ਹੈ, ਵਖਿਆਨ ਕਰਦਾ, ਪ੍ਰਭੂ ਦਾ ਜਸ ਗਾਉਂਦਾ। ਮਹਾਰਾਜ ਕਹਿੰਦੇ ਫਿਰ ਜਦੋਂ ਇੱਕ ਨੂੰ ਬੁੱਝ ਲੈਂਦਾ ਨਾ, ਗੁਰੂ ਸਾਹਿਬ ਦੇ ਪਾਸੋਂ ਪੁੱਛ ਕੇ ਸਮਝ ਲੈਂਦਾ, ਫਿਰ ਜੀਵ ਨੂੰ ਸੂਝੈ, ਸੋਝੀ ਆਉਂਦੀ ਹੈ। ਫਿਰ ਸਾਰੇ ਪਾਸੇ ਇੱਕੋ ਹੀ ਸੁੱਝਦਾ ਹੈ, ਇੱਕ ਤੋਂ ਬਿਨਾਂ ਤੇ ਕੋਈ ਦੂਜਾ ਹੈ ਹੀ ਨਹੀਂ। ਇੱਕੋ ਹੀ ਸਾਰੇ ਪਾਸੇ ਫਿਰ ਸੁੱਝਦਾ। ਪਰ ਇਹ ਬੂਝ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੁੰਦੀ ਹੈ, ਇਹ ਸਮਝ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਹੁੰਦੀ ਹੈ, ਇਹ ਦ੍ਰਿਸ਼ਟੀ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਹੁੰਦੀ ਹੈ। ਇਹ ਅੱਖਾਂ ਮਹਾਰਾਜ ਸਾਹਿਬ ਜੀ ਦਿੰਦੇ ਹਨ। ਗੁਰੂ ਸਾਹਿਬ ਜੀ ਨੇ ਆਖਿਆ ਵਾ ਬਾਣੀ ਅੰਦਰ ਵੀ ਉਹ ਅੱਖਾਂ ਹੋਰ ਵਾ ਪਰਮੇਸ਼ਰ ਨੂੰ ਵੇਖਣ ਵਾਲੀਆਂ। ਨਾਨਕ ਸੇ ਅਖੜੀਆਂ ਬਿਆਨ, ਬਿਆਨ ਉਹ ਹੋਰ ਅੱਖਾਂ ਵਾ, ਜਿਨੀ ਦਿਸੰਦੋ ਮਾ ਫਿਰੀ। ਮੇਰਾ ਉਹ ਪਤੀ ਪ੍ਰਮਾਤਮਾ ਜਿਨ੍ਹਾਂ ਅੱਖਾਂ ਦੇ ਨਾਲ ਦਿਸਦਾ, ਉਹ ਅੱਖਾਂ ਹੀ ਹੋਰ। ਉਹ ਕੋਈ ਸ਼ਰਧਾ ਤੇ ਵਿਸ਼ਵਾਸ ਵਾਲੀਆਂ ਅੱਖਾਂ, ਉਹ ਕੋਈ ਗਿਆਨ ਤੇ ਵੈਰਾਗ ਵਾਲੀਆਂ ਅੱਖਾਂ ਹਨ। ਜਿਹੜੀਆਂ ਅੱਖਾਂ ਗੁਰੂ ਸਾਹਿਬ ਜੀ ਦਿੰਦੇ, ਜਿਨ੍ਹਾਂ ਨੂੰ ਦੇ ਦਿੰਦੇ ਹਨ, ਉਹਨਾਂ ਨੂੰ ਉਹ ਸੋਝੀ ਪ੍ਰਾਪਤ ਹੁੰਦੀ ਹੈ। ਉਹ ਆਤਮਿਕ ਗਿਆਨ ਵਾਲੀਆਂ ਅੱਖਾਂ,
ਉਹ ਅੰਦਰ ਦੀਆਂ ਅੱਖਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ ਤੇ ਫਿਰ ਇੱਕ ਨੂੰ ਇਹ ਬੁੱਝਦਾ ਹੈ, ਇੱਕ ਹੀ ਸਾਰੇ ਪਾਸੇ ਇਹਨੂੰ ਫਿਰ ਸੁੱਝਦਾ ਹੈ, ਇੱਕੇ ਦੀ ਸੂਝ ਪ੍ਰਾਪਤ ਹੋ ਜਾਂਦੀ ਹੈ। ਸਾਰੇ ਪਾਸੇ ਇੱਕ ਤੋਂ ਬਿਨਾਂ ਦੂਜਾ ਕੋਈ ਸੁੱਝਦਾ ਹੀ ਨਹੀਂ ਹੈ। ਇਹ ਅੱਖਾਂ ਭਗਤ ਕਬੀਰ ਸਾਹਿਬ ਜੀ ਨੂੰ ਮਿਲੀਆਂ, ਇਹ ਦ੍ਰਿਸ਼ਟੀ ਭਗਤ ਨਾਮਦੇਵ ਸਾਹਿਬ ਜੀ ਨੂੰ ਮਿਲੀ, ਇਹ ਦ੍ਰਿਸ਼ਟੀ ਉਹਨਾਂ ਸਾਰੇ ਭਗਤਾਂ ਨੂੰ ਮਿਲੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅੰਕਿਤ ਹੈ। ਤਾਂ ਹੀ ਭਗਤ ਨਾਮਦੇਵ ਸਾਹਿਬ ਜੀ ਨੇ ਕਹਿ ਦਿੱਤਾ ਨਾ, ਉਹ ਕਹਿੰਦੇ ਗੋਬਿੰਦ ਤੋਂ ਬਿਨਾ ਕੋਈ ਹੈ ਹੀ ਨਹੀਂ ਦੂਜਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਭਗਤ ਨਾਮਦੇਵ ਸਾਹਿਬ ਜੀ ਨੇ ਆਖਿਆ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਕਹਿੰਦੇ ਇੱਕ ਸੂਤ ਜਿਵੇਂ ਸੈਂਕੜੇ ਹਜ਼ਾਰਾਂ ਮਣਕਿਆਂ ਦੇ ਵਿੱਚ ਹੁੰਦਾ ਵਾ, ਇੱਕੋ ਹੀ ਸੂਤ, ਇੱਕੇ ਸੂਤ ਵਿੱਚ ਕਿੰਨੇ ਮਣਕੇ ਪਰੋਏ ਹੁੰਦੇ ਆ। ਇਸੇ ਤਰ੍ਹਾਂ ਜੀਵ ਜਿੰਨੇ ਤਾਂ ਮਣਕਿਆਂ ਦੀ ਤਰ੍ਹਾਂ, ਸਾਰਿਆਂ ਦੇ ਵਿੱਚ ਸੂਤ ਦੀ ਤਰ੍ਹਾਂ ਤੇ ਇੱਕੋ ਪਰਮੇਸ਼ਰ ਹੀ ਆ, ਇੱਕੋ ਹੀ ਉਹ ਜੋਤੀ ਸਰੂਪ ਹੈ ਸਭ ਦੇ ਵਿੱਚ। ਤਾਂ ਹੀ ਭਗਤ ਜੀ ਨੇ ਕਹਿ ਦਿੱਤਾ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੇ ਕੁੰਜਰ ਚੀਤੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਸਾਰੇ ਘਟਾ ਘਟਾਂ ਵਿੱਚ ਉਹ ਰਾਮ ਹੀ ਸਮਾਇਆ ਹੋਇਆ, ਉਹਨੂੰ ਰਾਮ ਆਖਿਆ ਹੀ ਤਾਂ ਕਿਉਂਕਿ ਰਮਿਆ ਹੋਇਆ ਸਾਰੇ ਥਾਵਾਂ ਤੇ, ਸਭ ਥਾਵਾਂ ਤੇ ਵਿਆਪਕ ਹੋ ਰਿਹਾ। ਗਰੀਬ ਨਵਾਜ ਜਗਤ ਗੁਰੂ ਜੀ ਕਹਿੰਦੇ, ਗੁਰੂ ਸਾਹਿਬ ਜੀ ਦੇ ਪਾਸੋਂ ਜਦੋਂ ਇੱਕ ਨੂੰ ਬੁੱਝਦਾ ਹੈ, ਫਿਰ ਇੱਕੋ ਹੀ ਸਰੂਪ ਸਾਰੇ ਪਾਸਿਓ ਸਤ ਚੇਤਨ ਆਨੰਦ ਸਰੂਪ ਇਹਨੂੰ ਸੁੱਝਦਾ ਹੈ। ਪਤ ਹੋਵੇ, ਫਿਰ ਇਹਦੀ ਪਤ ਹੁੰਦੀ ਹੈ, ਕਿਉਂਕਿ ਗੁਰੂ ਕੀ ਕਿਰਪਾ ਤੋਂ ਬਿਨਾ ਇਹ ਗਿਆਨ ਹਾਸਲ ਨਹੀਂ ਹੁੰਦਾ, ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਨਾਮ ਦੀ ਪ੍ਰਾਪਤੀ ਤੋਂ ਬਿਨਾ, ਇੱਕ ਵਾਹਿਗੁਰੂ ਜੀ ਦੀ ਸਮਝ ਤੋਂ ਬਿਨਾ ਜੀਵ ਦੀ ਪਤ ਨਹੀਂ ਹੁੰਦੀ ਹੈ। ਪਤ ਉਦੋਂ ਹੁੰਦੀ ਹੈ, ਮਹਾਰਾਜ ਕਹਿੰਦੀ ਇੱਜ਼ਤ ਉਸ ਵੇਲੇ ਮਿਲਦੀ ਹੈ ਜਿਸ ਵੇਲੇ ਇੱਕ ਵਾਹਿਗੁਰੂ ਜੀ ਦੀ ਸੋਝੀ ਪ੍ਰਾਪਤ ਹੁੰਦੀ ਹੈ, ਇੱਕ ਨਾਲ ਜੁੜਦਾ ਹੈ, ਫਿਰ ਇੱਕ ਨੂੰ ਜਪਦਾ, ਇੱਕ ਦੀ ਸਿਫਤ ਸਲਾਹ ਕਰਦਾ, ਇੱਕ ਦੇ ਨਾਲ ਹੀ ਫਿਰ ਇਹਦੀ ਸਾਂਝ ਬਣਦੀ ਹੈ ਤੇ ਫਿਰ ਇਹ ਪੱਤ ਵਾਲਾ ਹੁੰਦਾ ਹੈ। ਲੋਕ ਵਿੱਚ ਵੀ ਇਹਦੀ ਇੱਜ਼ਤ ਹੁੰਦੀ ਹੈ ਤੇ ਪ੍ਰਲੋਕ ਵਿੱਚ ਵੀ ਇਹਦੀ ਇੱਜ਼ਤ ਹੁੰਦੀ ਹੈ। ਫਿਰ ਇਹਨੂੰ ਦਰਗਾਹ ਵਿੱਚ ਵੀ ਕੋਈ ਰੇ ਰੇ ਨਹੀਂ ਕਹਿੰਦਾ, ਓਏ ਓਏ ਨਹੀਂ ਕਹਿੰਦਾ, ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਫਿਰ ਸਾਰੇ ਆਦਰ ਦਿੰਦੇ। ਫਿਰ ਕਹਿੰਦੇ ਇਹ ਗੁਰਮੁਖ ਆ ਗਿਆ ਜਿਹਨੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਕੇ ਪ੍ਰਮਾਤਮਾ ਨੂੰ ਬੁੱਝਿਆ, ਜਿਸ ਨੇ ਵਾਹਿਗੁਰੂ ਜੀ ਦੀ ਸਮਝ ਪ੍ਰਾਪਤ ਕੀਤੀ, ਗੁਰੂ ਸਾਹਿਬ ਜੀ ਦੇ ਦਰ ਤੇ ਜਾ ਕੇ ਇਹ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਕੇ ਆਇਆ। ਭਾਈ ਇਹਦਾ ਸਤਿਕਾਰ ਕਰਨਾ। ਫਿਰ ਐਸੇ ਗੁਰਮੁਖਾਂ ਵਾਸਤੇ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸੱਚੀ ਦਰਗਹਿ ਜਾਏ ਸੱਚਾ ਭਿੜ ਮੱਲਿਆ, ਸੱਚੀ ਦਰਗਹਿ ਜਾਏ ਸੱਚਾ ਭਿੜ ਮੱਲਿਆ। ਸੱਚੀ ਦਰਗਹਿ ਜਾਏ ਸੱਚਾ ਭਿੜ ਮੱਲਿਆ,
ਸੱਚੀ ਦਰਗਹ ਜਾਏ ਸੱਚਾ ਪੇੜ ਮੱਲਿਆ। ਉਹ ਪੱਤ ਵਾਲਾ ਗੁਰਮੁਖ ਹੁੰਦਾ, ਸੱਚੀ ਦਰਗਾਹ ਵਿੱਚ ਸੱਚਾ ਸਥਾਨ ਮੱਲਦਾ ਹੈ। ਸੱਚੀ ਪੱਤ ਪ੍ਰਾਪਤ ਹੁੰਦੀ ਹੈ ਉਸ ਨੂੰ, ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ। ਇੱਕ ਝੂਠੀ ਇੱਜ਼ਤ ਵੀ ਹੈਗੀ ਹੈ। ਨਾਮ ਤੋਂ ਬਿਨਾ, ਬਾਣੀ ਤੋਂ ਬਿਨਾ, ਨਾਮ ਬਾਣੀ ਤੋਂ ਟੁੱਟ ਕਰਕੇ ਇੱਕ ਸੋਭਾ ਵਾ ਮਾਇਆ ਦੀ ਸੋਭਾ, ਦੁਨਿਆਵੀ ਸੋਭਾ। ਮਹਾਰਾਜ ਸਾਹਿਬ ਕਹਿੰਦੇ ਦੁਨੀਆ 'ਚ ਵੀ ਸੋਭਾ ਹੈ ਪਰ ਥੋੜੇ ਜਿਹੇ ਸਮੇਂ ਵਾਲੀ ਆ। ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਏ, ਉਹਨੂੰ ਜਾਂਦਿਆਂ ਦੇਰੀ ਨਹੀਂ ਲੱਗਦੀ। ਉਹ ਮਾਇਆ ਦੀ ਸੋਭਾ, ਮਾਇਆ ਦੀ ਚਮਕ ਦਮਕ ਵੀ ਬੜੀ ਹੈ ਸੰਸਾਰ ਵਿੱਚ। ਪਰ ਸਤਿਗੁਰੂ ਕਹਿੰਦੇ ਵੀ ਉਹ ਅਸਲ ਸੋਭਾ ਨਹੀਂ। ਅਸਲ ਸੋਭਾ ਤੇ ਜਦੋਂ ਗੁਰੂ ਕੀ ਸ਼ਰਨ ਵਿੱਚ ਪੈ ਕੇ ਪਰਮੇਸ਼ਰ ਦੀ ਸਮਝ ਸੋਝੀ ਜੀਵ ਹਾਸਲ ਕਰਦਾ ਨਾ, ਜਿਸ ਵਾਸਤੇ ਮਨੁੱਖਾ ਜਨਮ ਪ੍ਰਾਪਤ ਹੋਇਆ, ਉਹ ਮਕਸਦ ਨੂੰ ਪੂਰੀਆਂ ਕਰਦਾ ਹੈ ਤੇ ਫਿਰ ਸੱਚੀ ਸੋਭਾ ਹੁੰਦੀ ਹੈ। ਜਪਜੀ ਸਾਹਿਬ 'ਚ ਗਰੀਬ ਨਵਾਜ ਕਹਿੰਦੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਜੇ ਮਨੁੱਖ ਦੀ 4 ਯੁੱਗਾਂ ਦੀ ਉਮਰ ਵੀ ਹੋ ਜਾਵੇ, 10 ਗੁਣਾ ਹੋਰ ਜ਼ਿਆਦੀ ਹੋ ਜਾਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ। ਇਹ ਕੁਝ ਮਨੁੱਖ ਦੀਆਂ ਵਾਸ਼ਨਾਵਾਂ ਵਾ। ਇੱਕ ਤੇ ਇਹ ਆ ਵੀ ਮੇਰੀ ਉਮਰ ਜ਼ਿਆਦੀ ਹੋਵੇ, ਇੱਕ ਇਹ ਆ ਵੀ ਮੈਂ ਮਸ਼ਹੂਰ ਵਾਵਾਂ ਹੋਵਾਂ, ਮੇਰੀ ਪ੍ਰਸਿੱਧੀ ਬਹੁਤ ਹੋਵੇ। ਸ਼ੁਰੂ ਵਿੱਚ ਹੁੰਦਾ ਵੀ ਮੇਰੀ ਪਿੰਡ ਦੇ ਵਿੱਚ ਮਸ਼ਹੂਰੀ ਹੋਵੇ, ਫਿਰ ਕਹਿੰਦਾ ਵੀ ਮੇਰੀ ਤਹਿਸੀਲ ਵਿੱਚ ਹੋ ਜਾਵੇ, ਫਿਰ ਕਹਿੰਦਾ ਵੀ ਜ਼ਿਲ੍ਹੇ ਵਿੱਚ ਮੇਰੀ ਪ੍ਰਸਿੱਧੀ ਹੋਣੀ ਚਾਹੀਦੀ, ਸਾਰੇ ਜ਼ਿਲ੍ਹੇ ਵਾਲਿਆਂ ਨੂੰ ਪਤਾ ਲੱਗੇ। ਫਿਰ ਕਹਿੰਦਾ ਹੁਣ ਜ਼ਿਲ੍ਹੇ ਦੇ ਤੋਂ ਅੱਗੇ ਚੱਲੀਏ, ਸਾਰੇ ਸੂਬੇ ਦੇ ਵਿੱਚ ਮੇਰੀ ਜਾਣ ਪਛਾਣ ਹੋਣੀ ਚਾਹੀਦੀ। ਫਿਰ ਸੂਬੇ ਵਾਲਾ ਕਹਿੰਦਾ ਵੀ ਹੁਣ ਇਦੋਂ ਵੱਡੇ ਆ ਉਹਦੇ ਤੇ ਚੱਲੀਏ, ਸਾਰੇ ਇੱਕ ਦੇਸ਼ ਵਿੱਚ ਕਿੰਨੇ ਸੂਬੇ ਆ, ਸਾਰੇ ਸੂਬਿਆਂ 'ਚ ਹੋਣੀ ਚਾਹੀਦੀ। ਫਿਰ ਕਹਿੰਦਾ ਵੀ ਦੂਜੇ ਦੇਸ਼ਾਂ ਵਿੱਚ ਵੀ ਮੇਰੀ ਪ੍ਰਸਿੱਧੀ ਹੋਣੀ ਚਾਹੀਦੀ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਵੀ ਸਾਰੀ ਧਰਤੀ ਤੇ ਹੀ ਪ੍ਰਸਿੱਧੀ ਹੋ ਜਾਵੇ, ਜਿੱਥੋਂ ਤੀਕ ਧਰਤੀ ਹੈ। ਇੱਕ ਦੇਸ਼ ਨਹੀਂ ਆਖਿਆ, ਇੱਕ ਸੂਬਾ ਨਹੀਂ ਆਖਿਆ, ਸਾਰੀ ਸ੍ਰਿਸ਼ਟੀ 'ਚ ਪ੍ਰਸਿੱਧੀ ਹੋ ਜਾਵੇ। ਤੇ ਉਮਰ ਵੀ 4 ਯੁੱਗਾਂ ਤੋਂ ਵੀ 4 ਗੁਣਾ ਜ਼ਿਆਦੀ ਹੋ ਜਾਵੇ। ਜੇ ਲਾਇਆ ਪਹਿਲਾਂ ਵੀ ਏਡੀ ਹੋਈ ਨਹੀਂ ਨਾ ਹੋਣੀ ਆ, ਜੇ ਹੋ ਜਾਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਇੱਕ ਇਹ ਵੀ ਮਨੁੱਖ ਦੀ ਵਾਸ਼ਨਾ ਨਾ, ਇਹਦੇ ਅੰਦਰ ਫੁਰਨਾ ਵਾ ਵੀ ਜਦੋਂ ਮੈਂ ਆਵਾਂ ਤੇ ਅੱਗੋਂ ਮੈਨੂੰ ਲੈਣ ਵਾਸਤੇ ਆਉਣ 2-4 ਜਾਣੇ, ਜੀ ਆਇਆਂ ਕਹਿਣ। ਤੇ ਫਿਰ ਜਦੋਂ ਮੈਂ ਜਾਵਾਂ ਤੇ ਉਦੋਂ 5-7 ਜਾਣੇ ਮੈਨੂੰ ਤੋਰਨ ਵਾਸਤੇ ਵੀ ਜਾਣ ਨਾਲ, ਫਿਰ ਮੈਨੂੰ ਮਗਰ ਵੀ ਜਾਣ ਰੁਖਸਤ ਕਰਨ ਵਾਸਤੇ, ਵਿਦਾਇਗੀ ਦੇਣ ਵਾਸਤੇ। ਤਾਂ ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਨਾਲ ਸਾਰੇ ਹੀ ਤੁਰ ਪੈਣ, ਜਿੱਧਰ ਨੂੰ ਇਹ ਜਾਵੇ। 9 ਖੰਡਾਂ ਦੀ ਸਾਰੀ ਧਰਤੀ ਤੇ ਪ੍ਰਸਿੱਧੀ ਹੋ ਜਾਵੇ, ਤੇ ਜਿੱਧਰ ਨੂੰ ਜਾਵੇ ਉਧਰ ਨਾਲ ਸਾਰੀ ਦੁਨੀਆ ਇਹਦੇ ਤੁਰ ਪਵੇ, ਇੰਨਾ ਸਤਿਕਾਰ ਪ੍ਰਾਪਤ ਹੋਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ, ਫਿਰ ਆਪਣਾ ਨਾਮ ਹੀ ਬੜਾ ਚੰਗਾ ਰਖਾ ਲਵੇ, ਲੰਮਾ ਚੌੜਾ, ਅੱਗੇ ਪਿੱਛੇ ਬਹੁਤ ਕੁਝ ਲਾ ਲਵੇ। ਨਾਮ ਦੇ ਪਹਿਲਾਂ ਵੀ ਬਹੁਤ ਕੁਝ ਲਾ ਲਵੇ, ਪਿੱਛੇ ਵੀ ਬਹੁਤ ਕੁਝ ਲਾ ਲਵੇ। ਕਿਤੇ ਤਸੱਲੀ ਥੋੜ੍ਹਾ ਹੁੰਦੀ ਹੈ ਬੰਦੇ ਨੂੰ ਨਾਮ ਦੇ ਨਾਲ। ਕਈ ਕੁਝ ਪਹਿਲਾਂ ਲਾ ਲੈਂਦਾ ਹੈ, ਕਈ ਕੁਝ ਪਿੱਛੇ ਲਾ ਲੈਂਦਾ ਹੈ ਨਾਮ ਦੇ। ਉਂਝ ਸਿੱਖਾਂ ਨੂੰ ਤਾਂ ਹੁਣ ਮਹਾਰਾਜ ਸਾਹਿਬ ਜੀ ਨੇ ਸਿੰਘ ਲਾਇਆ, ਸਿੰਘ ਤੋਂ ਵੱਡੀ ਪਦਵੀ ਕੌਣ ਦੇ ਸਕਦਾ। ਮਾਈਆਂ ਨੂੰ ਕੌਰ ਪਦਵੀ ਬਖਸ਼ਿਸ਼ ਕੀਤੀ ਆ, ਮਰਦਾਂ ਨੂੰ ਮਹਾਰਾਜ ਸਾਹਿਬ ਜੀ ਨੇ ਸਿੰਘ ਪਦਵੀ ਦਿੱਤੀ ਆ 10ਵੇਂ ਪਾਤਸ਼ਾਹ ਨੇ। ਪਰ ਉੱਥੇ ਖਲੋਂਦਾ ਨਹੀਂ ਮਨ, ਉਹਦੇ ਪਿੱਛੇ ਹੋਰ ਕੁਝ ਲਾਈਏ ਲੰਮਾ ਚੌੜਾ। ਸਤਿਗੁਰੂ ਕਹਿੰਦੇ ਵੱਡਾ ਸਾਰਾ ਚੰਗਾ ਨਾਮ ਵੀ ਆਪਣਾ ਰਖਾ ਲਵੇ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਸਾਰੇ ਜਗ ਦੇ ਵਿੱਚੋਂ ਜਸ ਵੀ ਲਵੇ ਤੇ ਕੀਰਤੀ ਵੀ ਲਵੇ। 2 ਗੱਲਾਂ ਆਖੀਆਂ ਮਹਾਰਾਜ ਨੇ, ਇੱਕ ਜਸ ਤੇ ਇੱਕ ਕੀਰਤੀ।
हर एक नूं दोवें नहीं मिलदियां। जस हुंदा जिहड़ा मूँह ते वडियाई करनी, कीरती हुंदी आ भी बंदा चले जावे ते उहदे मगरों भी उहदी वडियाई लोग करन। इस तरह कौन करदा? कईयां दे मूँह ते तां करदे आ लोग, कहंदे भी करनी पैंदी, की करिए काम जो लेना वा, जे ना करिए ते गुस्से हो जांदा, ਕੰਮ नहीं इन्ने देना, इस करके कहते मूँह ते थोड़ी बहुती वडियाई करनी पैंदी है, गात नहीं इन्नी जोगा, पर करनी पैंदी थोड़ी बहुती इहदी वडियाई, क्योंकि कम कुम लेना पैंदा कहंदे। पर सतगुरु कहंदे ओही बंदा जे चले जावे तो मगरों ओहदी बदनामी भी होण लग पैंदी, कहंदे है नहीं इन्नी जोगा। पर सतगुरु कहंदे जे दोवें चीज़ां भी किसी नूं प्राप्त हो जाण, उहदा मूँह ते भी जस होवे, वो चले जावे, उहदे मगरों भी कीरती उहदी हुंदी होवे, फिर भी उहनूं लोग चंगा कहण। जस कीरत जग ले। पर गरीब नवाज कहंदे भी ये जिहड़ी इन्नी शोभा वा ना, ये संसारी शोभा वा, ये संसारी वडियाई आ। इदों अगे दसिया भी इन्ना कुछ हुंदिआं ये ना ख्याल करना भी ये परमेश्वर की निगाह विच भी आया होया। जे इन्हें नाम नहीं जपिया, जे ये गुरु की शरण विच पै के इन्हें परमेश्वर की सोझी हासिल नहीं की, ओदी निगाह विच नहीं आया, दुनिया की निगाह च ते आया। एक गुरमुख ये भी विचार दिंदे आ, कहंदे भी दुनिया की निगाह विच आउण वास्ते बंदे नूं उच्चा होना पैंदा, कि कोई ना कोई अहुदे ते जांदा वा, पिंड च किसी अहुदे ते, शहर च किसी अहुदे ते, जिले च किसी अहुदे ते, सूबे च देश विच किसी अहुदे ते वड्डा होना पैंदा दुनिया की निगाह विच आउण वास्ते। पर कहंदे तां संसार की निगाह विच आउण वास्ते वड्डा होना पैंदा, पर निरंकार की निगाह विच आउण वास्ते छोटा होना पैंदा। जिवें जिवें छोटा हुंदा, जिवें जिवें नीवा हुंदा, जिवें जिवें मैं नूं मारदा ते निरंकार की निगाह विच आउंदा। तां ही महाराज ने आख्या, गुरु साहब ने तो छोटा होने की गल भी की, नीवा होने की गल भी की, पर किते ये भी कह दिता भी गुरु की निगाह विच आउण वास्ते, परमेश्वर की निगाह विच आउण वास्ते ते मरना ही पैंदा। पहला मरण कबूल, जीवन की छड आस, हो सबना की रेणुका, तो आओ हमारे पास। इन्नी शोभा भी प्राप्त हो जावे, जे जुग चारे आरजा होर दसूणी होए, नवा खंडा विच जाणीए, नाल चले सब कोए, चंगा नाओ रखाए कह जस कीरत जग ले। पर अगे क्या, जे तिस नदर ना आवे तां बात ना पुछै के। जे परमेश्वर की निगाह विच ना आया है, इहदी किसी ने बात नहीं पुछनी, किसी ने गल नहीं पुछनी। अज ये बल्ले बल्ले हो रही है, अज चक्रवर्ती बादशाह भी है, पर परमेश्वर एक खिन विच ही होर तो होर कुछ कर देंदा। नदर उपट्ठी जे करे, सुल्ताना काहो कराएंदा, दर मंगन भिख ना पाएंदा। इस करके गरीब नवाज साहब जी कहते भी असली जिहड़ी पत वा, असल इज्जत वा, वो जीव नूं उदों मिलदी आ जदों गुरु की शरण विच पै करके अपने आत्म स्वरूप नूं बुझदा है, उहदी सोझी हासिल करदा है, फिर लोक परलोक विच पत वाला बन जांदा है नाम नाल जुड़ के। ओह तनवंत कुलवंत पतवंत, जीवन मुक्त जिस हृदय भगवंत, उन्हां दा आया होया सफल हुंदा। आया सफल ताहू को गणिया, जास रसन हर हर जस भनिया। ज्ञान ध्यान दे समसर रहै। जदों गुरु साहब जी की शरण विच पै करके ते निर्गुण स्वरूप का ज्ञान हासिल करदा, निर्गुण परमेश्वर वाहिगुरु निर्गुण स्वरूप का, जिहदा चक्कर चिहन कोई नहीं, रंग रूप कोई नहीं, उहदा ज्ञान हासिल करदा सर्व व्यापक दा, ते सरगुण स्वरूप का ध्यान प्राप्त करदा गुरु साहब जी के पासों। फिर ज्ञान ध्यान हासिल करके प्राप्त करके समसर रहे, अपनी बिरती नूं बराबर रखदा, समतोल बराबर रखदा। जिसनों महाराज साहब जी ने आख्या, प्रभ की आज्ञा आत्म हितावै, जीवन मुक्त सो कहावै, तैसा हरख तैसा सुसोग, सदा आनंद तह नहीं वियोग, तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंक तैसा राजान, जो वरताए साई जुगत, नानको पुरख कहिए जीवन मुक्त। फिर बराबर रखदा बिरती,
ਚਾਹੇ ਉਸਤਤੀ ਹੋ ਜਾਵੇ, ਚਾਹੇ ਨਿੰਦਿਆ ਹੋ ਜਾਵੇ, ਚਾਹੇ ਲਾਭ ਹੋ ਜਾਵੇ, ਚਾਹੇ ਘਾਟਾ ਪੈ ਜਾਵੇ ਸੰਸਾਰੀ ਕੰਮਾਂ ਕਾਰਾਂ ਦੇ ਵਿੱਚ, ਤੇ ਫਿਰ ਸੰਸਾਰ ਬਰਾਬਰ ਰਹਿੰਦਾ ਹੈ। ਗੁਰਮੁਖ ਏਕ ਬਿਰਲਾ ਕੋ ਲਹੈ। ਮਹਾਰਾਜ ਕਹਿੰਦੇ ਵੀ ਐਸਾ ਜਿਹੜਾ ਗੁਰਮੁਖ ਹੈ ਨਾ, ਗੁਰੂ ਕੀ ਸ਼ਰਨ ਵਿੱਚ ਪੈ ਕੇ ਉਪਦੇਸ਼ ਲੈਣ ਵਾਲਾ, ਉਹ ਵਿਰਲਾ ਕੋਈ ਵਿਰਲਾ ਹੈ ਜਿਹੜਾ ਇੱਕ ਪਰਮੇਸ਼ਰ ਦੇ ਸਰੂਪ ਨੂੰ ਲਹਿ ਜਾਣਦਾ, ਲੱਭਦਾ ਹੈ, ਇੱਕ ਪ੍ਰਭੂ ਦੀ ਪ੍ਰਾਪਤੀ ਕਰਦਾ। ਕੋਈ ਵਿਰਲਾ ਗੁਰਮੁਖ ਗੁਰੂ ਕੀ ਸ਼ਰਨ ਪੈਣ ਵਾਲਾ, ਗੁਰੂ ਸਾਹਿਬ ਜੀ ਦੇ ਪਾਸੋਂ ਇਹ ਸੋਝੀ ਲੈਣ ਵਾਲਾ ਉਸ ਸਰੂਪ ਨੂੰ ਜਾਣਦਾ ਹੈ। ਜਿਸਨੂੰ ਦੇ ਕਿਰਪਾ ਤੇ ਸੁਖ ਪਾਏ। ਮਹਾਰਾਜ ਕੌਣ ਪ੍ਰਾਪਤ ਕਰਦਾ ਹੈ? ਨਿਰਗੁਣ ਦੇ ਗਿਆਨ ਨੂੰ, ਸਰਗੁਣ ਦੇ ਧਿਆਨ ਨੂੰ, ਤੇ ਕਿਹਦੀ ਸਮਦ੍ਰਿਸ਼ਟੀ ਰਹਿੰਦੀ ਹੈ? ਸਾਰਿਆਂ ਵਿੱਚ ਇੱਕ ਪ੍ਰਭੂ ਨੂੰ ਕੌਣ ਵੇਖਦਾ ਹੈ? ਸਤਿਗੁਰੂ ਕਹਿੰਦੇ ਜਿਸ ਨੂੰ ਪ੍ਰਭੂ ਜੀ ਆਪ ਦਿੰਦੇ। ਕਿਵੇਂ ਦਿੰਦੇ ਆ? ਕਿਰਪਾ ਤੇ, ਆਪਣੀ ਕਿਰਪਾ ਦੇ ਨਾਲ। ਜਿਸ ਉੱਤੇ ਕਿਰਪਾ ਕਰਦੇ ਆ, ਕਿਰਪਾ ਤੇ ਸੁਖ ਪਾਏ, ਉਹ ਫਿਰ ਸੁਖ ਸਰੂਪ ਨੂੰ, ਆਤਮਿਕ ਸਰੂਪ ਨੂੰ ਪ੍ਰਾਪਤ ਕਰ ਲੈਂਦਾ। ਜਿਸ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ, ਉਹ ਫਿਰ ਉਹ ਸੁਖ ਸਰੂਪ ਦੀ ਪ੍ਰਾਪਤੀ ਕਰਦਾ ਹੈ, ਉਹ ਸੁਖੀ ਹੋ ਜਾਂਦਾ ਹੈ। ਸੁਖੀ ਹੋ ਜਾਂਦਾ ਨਾਮ ਨਾਲ ਜੁੜ ਕਰਕੇ, ਸੁਖੀ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਕਰਕੇ, ਆਤਮਿਕ ਗਿਆਨੀ ਬਣ ਕਰਕੇ, ਉਹਨੂੰ ਅਸਲ ਸੁਖ ਪ੍ਰਾਪਤ ਹੁੰਦਾ ਹੈ। ਗੁਰੂ ਦੁਆਰੇ ਆਖ ਸੁਣਾਏ। ਮਹਾਰਾਜ ਕਹਿੰਦੇ ਵੀ ਗੁਰੂ ਦੇ ਦੁਆਰੇ ਲਿਆ ਕਰਕੇ ਨਾ ਜਿਗਿਆਸੂ ਨੂੰ, ਗੁਰਦੁਆਰੇ ਸਾਹਿਬ ਵਿੱਚ ਲਿਆ ਕਰਕੇ, ਗੁਰੂ ਦੇ ਦੁਆਰ ਤੇ ਲਿਆ ਕੇ, ਫਿਰ ਗੁਰੂ ਦੇ ਦੁਆਰੇ ਕਹੀਏ, ਗੁਰੂ ਦੇ ਰਾਹੀਂ ਪਰਮੇਸ਼ਰ ਵਾਹਿਗੁਰੂ ਜੀ ਗੁਰੂ ਦੇ ਰਾਹੀਂ ਆਖ ਕੇ, ਉਪਦੇਸ਼ ਬੋਲ ਕੇ ਜਦੋਂ ਸੁਣਾਉਂਦੇ ਆ, ਤੇ ਫਿਰ ਜੀਵ ਨੂੰ ਸਮਝ ਪੈਂਦੀ ਹੈ, ਫਿਰ ਇਹ ਸਰਵਣ ਕਰਦਾ ਹੈ, ਸਰਵਣ ਤੋਂ ਬਾਅਦ ਫਿਰ ਮੰਨਦਾ ਹੈ, ਫਿਰ ਕਮਾਈ ਕਰਦਾ ਹੈ, ਤੇ ਫਿਰ ਇਸ ਨੂੰ ਉਹ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਆ। ਪਰਮੇਸ਼ਰ ਜੀ ਗੁਰੂ ਦੁਆਰੇ ਲਿਆ ਕਰਕੇ, ਤੇ ਗੁਰੂ ਸਾਹਿਬ ਜੀ ਦੇ ਦੁਆਰਾ ਆਪ ਹੀ ਆਖਦੇ, ਗੁਰੂ ਦੇ ਵਿੱਚ ਪਰਮੇਸ਼ਰ ਆਪ ਬੈਠੇ ਹੋਏ। ਉਹ ਜੋ ਨਿਰਗੁਣ ਹੈ, ਉਹ ਸਰਗੁਣ ਰੂਪ ਵਿੱਚ ਆਪ ਹੀ ਗੁਰੂ ਰੂਪ ਹੋਏ ਹਨ। ਪਰਮੇਸ਼ਰ ਗੁਰੂ ਦੇ ਰਾਹੀਂ ਬੋਲਦੇ ਆ। ਗੁਰੂ ਦੁਆਰੇ ਆਖ, ਫਿਰ ਆਪ ਹੀ ਆਖਦੇ ਆ ਗੁਰੂ ਦੇ ਰਾਹੀਂ, ਤੇ ਆਖ ਕਰਕੇ ਉਪਦੇਸ਼ ਸੁਣਾਉਂਦੇ ਆ, ਤੇ ਸੁਣ ਕਰਕੇ ਫਿਰ ਜੀਵ ਨਿਹਾਲ ਹੋ ਜਾਂਦੇ, ਪ੍ਰਭੂ ਦੇ ਨਾਲ ਜੁੜਦੇ, ਉਸ ਗਿਆਨ ਨੂੰ ਹਾਸਲ ਕਰਦੇ। 7ਵੀਂ ਪੌੜੀ ਦੱਖਣੀ ਓੰਕਾਰ ਬਾਣੀ ਦੇ ਸਤਿਗੁਰੂ ਸਾਹਿਬ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਸਾਹਿਬ ਜੀ ਕੀ ਬਾਣੀ ਦਾ ਬੋਧ ਅਗਾਧ ਹੈ, ਡੂੰਘਾ ਹੈ, ਵਿਚਾਰ ਕਰਦਿਆਂ ਭੁੱਲਾਂ ਹੋਣੀਆਂ ਸੁਭਾਵਿਕ ਹਨ। ਸਤਿਗੁਰੂ ਜੀ, ਸਤਿਗੁਰੂ ਸਰੂਪ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਦੇਹੋ ਸੱਜਣੀ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਜਿਸਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੇ ਆਖ ਸੁਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।